ਗਰੀਬ ਨਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮੁਬਾਰਕ ਚਰਨਾਂ ਵਿੱਚ ਸ਼ੋਭਾਇਮਾਨ ਗੁਰੂ ਰੂਪ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲੇ ਮਨੁੱਖੀ ਤਨ ਨੂੰ ਆਪ ਜੀ ਸਤਿਗੁਰੂ ਦੇ ਚਰਨਾਂ ਵਿੱਚ ਪਹੁੰਚ ਕੇ ਸਫਲ ਕਰ ਰਹੇ। ਸਾਹਿਬ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਬਾਣੀ ਜਾਪ ਸਾਹਿਬ ਵਿੱਚੋਂ ਆਪ ਜੀ ਨੇ ਕੁਝ ਸ਼ੰਤ ਸਰਵਣ ਕੀਤੇ ਨੇ। ਹਜ਼ੂਰ ਕਲਗੀਧਰ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਇੱਕਮਿਕ ਹੋ ਕੇ ਜਿਹੜੇ ਪਹਿਲਾਂ ਜੁੜੇ ਹੋਏ ਨੇ, ਪਰ ਇੱਥੇ ਸਤਿਗੁਰਾਂ ਨੇ ਇੱਕ ਅਪਾਰ ਕਿਰਪਾ ਕੀਤੀ ਹੈ। ਨਹੀਂ ਤਾਂ ਜੁੜੇ ਹੋਏ ਬਹੁਤ ਨੇ, ਪਰ ਉਸ ਜੁੜਨ ਦੀ ਦਸ਼ਾ ਦੀ ਵਿਆਖਿਆ ਪਰਉਪਕਾਰ ਹੈ। ਸਤਿਗੁਰਾਂ ਨੇ ਦੋ ਦੇਸ਼ਾਂ ਨੂੰ ਜੋੜਿਆ ਹੈ। ਜਿਵੇਂ ਦੋ ਦੇਸ਼ਾਂ ਦੇ ਲੋਕ, ਉਹਨਾਂ ਦੀ ਭਾਸ਼ਾ ਵੱਖਰੀ ਹੈ, ਇੱਕ ਦੂਜੇ ਤੋਂ ਗਿਆਨ ਨਹੀਂ ਲੈ ਸਕਦੇ, ਇੱਕ ਦੂਜੇ ਨਾਲ ਲੈਣ ਦੇਣ ਨਹੀਂ ਕਰ ਸਕਦੇ, ਕਿਉਂਕਿ ਸਮਝਦੇ ਨਹੀਂ ਇੱਕ ਦੂਜੇ ਦੀ ਭਾਸ਼ਾ ਨੂੰ। ਸਤਿਗੁਰੂ ਕਲਗੀਧਰ ਪਾਤਸ਼ਾਹ ਇੱਥੇ ਵਿਚੋਲੇ ਬਣ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਅਦ੍ਰਿਸ਼ਟ ਦੁਨੀਆ ਨਾਲ ਸਾਂਝ ਪਾ ਕੇ ਤੇ ਇੱਕੋ ਵਕਤ ਉੱਥੋਂ ਦਾ ਪ੍ਰਸਾਰਨ ਇੱਧਰ ਕਰਦੇ ਨੇ। ਭਾਸ਼ਾ ਸਾਡੀ ਹੈ, ਗਿਆਨ ਰੱਬ ਦੇ ਦੇਸ਼ ਦਾ ਹੈ। ਅੱਖਰ ਇੱਥੋਂ ਦੇ ਹਨ, ਅੱਖਰਾਂ ਦਾ ਸਰੀਰ ਇਸ ਧਰਤੀ ਦਾ ਹੈ। ਅਰਬੀ ਵਿੱਚ ਹੋ ਸਕਦਾ ਹੈ, ਫਾਰਸੀ ਵਿੱਚ ਹੋ ਸਕਦਾ ਹੈ, ਬ੍ਰਿਜ ਭਾਸ਼ਾ ਵਿੱਚ ਹੈ, ਪੰਜਾਬੀ ਵਿੱਚ, ਹਿੰਦੀ ਵਿੱਚ, ਉਰਦੂ ਵਿੱਚ, ਕੋਈ ਵੀ ਭਾਸ਼ਾ ਉਸ ਗਿਆਨ ਵਾਸਤੇ ਕਲਗੀਆਂ ਵਾਲੇ ਨੇ ਵਰਤੀ। ਪਰ ਇਸ ਭਾਸ਼ਾ ਦੀ ਜਿਹੜੀ ਆਤਮਾ ਹੈ, ਇਹਨਾਂ ਅੱਖਰਾਂ ਵਿੱਚ ਜਿਹੜੀ ਜਿੰਦ ਹੈ, ਉਹ ਇਸ ਧਰਤੀ ਦੀ ਨਹੀਂ ਹੈ। ਉਹ ਕਿਸੇ ਪਾਰਲੇ ਦੇਸ਼ ਵਿੱਚ, ਰੱਬ ਦੇ ਦੇਸ਼ ਵਿੱਚ, ਸ਼ਬਦ ਦੀ ਦੁਨੀਆ ਵਿੱਚੋਂ ਆ ਰਹੀ ਹੈ। ਵੈਸੇ ਤੇ ਮਨੁੱਖੀ ਸਰੀਰ ਦਾ ਵੀ ਇਹੀ ਹਾਲਾਤ ਹੈ। ਸਾਡਾ ਜਿਹੜਾ ਤਨ ਹੈ, ਜਾਮਾ ਹੈ, ਸਰੀਰ ਹੈ, ਇਹਦਾ ਬਾਹਰਲਾ ਹਿੱਸਾ ਤਾਂ ਇੱਥੋਂ ਬਣਿਆ ਹੈ, ਇਸ ਧਰਤੀ ਦੀ ਉਪਜ ਹੈ, ਇੱਥੋਂ ਦੀ ਪੈਦਾਇਸ਼ ਹੈ, ਇੱਥੇ ਇਹਦੇ ਹੱਥ ਪੈਰ ਮੂੰਹ ਸਿਰ ਘੜਿਆ ਗਿਆ ਹੈ। ਪਰ ਇਹਨਾਂ ਹੱਥਾਂ ਵਿੱਚ ਵਰਤਣ ਵਾਲੀ ਚੇਤਨਾ ਇੱਥੋਂ ਦੀ ਨਹੀਂ ਹੈ। ਉਹ ਇਸ ਦਿਸ ਦੀ ਦੁਨੀਆ ਤੋਂ ਪਾਰਲੇ ਪਾਸੇ, ਜਿਹਨੂੰ ਸ਼ਬਦ ਦੀ ਦੁਨੀਆ ਕਹਿੰਦੇ ਨੇ, ਜਿਹਨੂੰ ਕਹਿੰਦੇ ਸਤਿਗੁਰਾਂ ਨੇ ਬਾਣੀ ਵਿੱਚ ਅਗੰਮ ਦੀ ਦੁਨੀਆ, ਅਕਥ ਦੁਨੀਆ ਹੈ, ਬੇਗਮਪੁਰਾ ਹੈ, ਸਹਿਜ ਦੀ ਦੁਨੀਆ ਹੈ, ਸ਼ਬਦ ਦੀ ਦੁਨੀਆ ਹੈ, ਅਕਾਲ ਪੁਰਖ ਦੀ ਰਹਿਮਤ ਦੀ ਦੁਨੀਆ ਹੈ। ਉਸ ਗਿਆਨ ਨੂੰ ਜਿਹੜਾ ਉੱਥੋਂ ਮਿਲਿਆ ਕਲਗੀਆਂ ਵਾਲੇ ਨੂੰ, ਉਹਨੂੰ ਬਾਖੂਬੀ ਇੱਧਰ ਉਤਾਰਿਆ ਸਾਡੀ ਭਾਸ਼ਾ ਵਿੱਚ। ਅਕਾਲ ਪੁਰਖ ਦੇ ਦੀਦਾਰ ਕਰਦੇ ਹੋਏ ਸਾਨੂੰ ਦੱਸਦੇ, ਕਹਿੰਦੇ ਜਿਹਨੂੰ ਮੈਂ ਦੇਖਿਆ ਉਹ ਸਦਾ ਸਿੱਧ ਦਾ, ਬੁੱਧ ਦਾ, ਬ੍ਰਿਧ ਕਰਤਾ। ਹਜ਼ੂਰ ਨੇ ਇਹਦੇ ਵਿੱਚ ਇੱਕ ਸ਼ਬਦ ਵਰਤਿਆ ਹੈ, ਕਹਿੰਦੇ ਉਹਦੇ ਵਿੱਚ ਬੜੀ ਸਿੱਧੀ ਹੈ, ਬੜੀ ਸ਼ਕਤੀ ਹੈ। ਉਹਦੇ ਵਿੱਚ ਬੁੱਧ ਦਾ, ਉਹਦੇ ਵਿੱਚ ਬੜੀ ਬੁੱਧੀ ਹੈ। ਉਹ ਬੜੀ ਬੁੱਧੀ ਔਰ ਜੀਵਾਂ ਨੂੰ ਬੁੱਧੀਵਾਨ ਕਰੀ ਜਾ ਰਿਹਾ, ਬੁੱਧੀ ਨੂੰ ਵਧਾ ਰਿਹਾ। ਇੱਥੋਂ ਇੱਕ ਦੋ ਚੀਜ਼ਾਂ ਦੀ, ਔਰ ਬ੍ਰਿਧ ਕਰਤਾ, ਬ੍ਰਿਧ ਦਾ ਅਰਥ ਹੈ ਵਧਣਾ, ਕਿਸੇ ਚੀਜ਼ ਨੂੰ ਵਧਾਈ ਜਾਣਾ। ਤੁਸੀਂ ਕਦੀ ਖਿਆਲ ਕਰਨਾ ਕਿ ਜਦੋਂ ਕੋਈ ਮਨੁੱਖ ਕਿਸੇ ਚੀਜ਼ ਨੂੰ ਵਧਾਉਂਦਾ ਹੈ ਤਾਂ ਉਹਨੂੰ ਦਿਸਦਾ ਹੈ। ਜਿਵੇਂ ਇੱਕ ਮਕਾਨ ਦੀ ਕੰਧ ਬਣਾ ਰਿਹਾ ਹੈ
ਤਾਂ ਜਦੋਂ ਉਹਦੇ ਉੱਤੇ ਇੱਟਾਂ ਦੇ ਵਾਰ ਲਾਉਂਦਾ ਤੇ ਵੱਧਦੀ ਦਿਸਦੀ ਹੈ ਕਿ ਇਹ ਕੰਧ ਹੁਣ 6 ਇੰਚ ਉੱਚੀ ਹੋ ਗਈ। ਇੱਕ ਇੱਟ ਲਾਈ, ਬਿਲਕੁਲ ਸਾਹਮਣੇ ਸਬੂਤ ਹੈ। ਪਰ ਜਿਹੜੀਆਂ ਚੀਜ਼ਾਂ ਰੱਬ ਨੇ ਬਣਾਈਆਂ ਨੇ, ਤੁਸੀਂ ਕਦੀ ਉਹਨਾਂ ਵੱਲ ਝਾਤੀ ਪਾਉਣੀ। ਇੱਕ ਬੂਟਾ ਬੀਜਿਆ ਜ਼ਿਮੀਂਦਾਰ ਨੇ, ਬੀਜਿਆ ਜ਼ਰੂਰ, ਕਣਕ ਦੀ ਫਸਲ ਬੀਜੀ, ਝੋਨਾ ਬੀਜਿਆ, ਨਰਮਾ ਬੀਜਿਆ, ਕਿਸੇ ਮਾਲੀ ਨੇ ਅੰਬ ਦਾ ਬੂਟਾ ਲਾਇਆ। ਪਰ ਤੁਸੀਂ ਕਦੀ ਧਿਆਨ ਨਾਲ ਵੇਖਣਾ, ਉਹ ਵੱਡਾ ਜ਼ਰੂਰ ਹੁੰਦਾ ਹੈ ਪਰ ਪਤਾ ਨਹੀਂ ਲੱਗਦਾ ਵੱਧ ਕਿਵੇਂ ਰਿਹਾ ਹੈ। ਇੰਨੀ ਉਹਦੀ ਗੁਪਤ ਸਪੀਡ ਹੈ। ਵੱਧਦਾ ਜ਼ਰੂਰ ਹੈ, ਕੋਈ ਸ਼ੱਕ ਨਹੀਂ। ਤੁਹਾਡੇ ਸਾਹਮਣੇ ਛੋਟੀਆਂ ਫਸਲਾਂ ਵੱਡੀਆਂ ਹੋ ਗਈਆਂ, ਛੋਟੇ ਰੁੱਖ ਵੱਡੇ ਹੋ ਗਏ, ਪਰ ਉਹ ਜਦੋਂ ਵੱਧਦਾ ਉਹਦੀ ਸਪੀਡ ਕਿਸੇ ਨੇ ਨਹੀਂ ਵੇਖੀ ਵੀ ਕਿੰਨਾ ਕੁ ਇੰਚ ਵਧਿਆ ਅੱਜ, ਨਹੀਂ ਪਤਾ ਲੱਗਦਾ। ਇੱਕ ਬੱਚਾ ਹੈ, ਉਹਦਾ ਜਨਮ ਹੁੰਦਾ, ਅਸੀਂ ਕਹਿੰਦੇ ਹਾਂ ਵੱਡਾ ਹੋ ਗਿਆ, ਸਾਲ ਬਾਅਦ ਅਸੀਂ ਕਹਿੰਦੇ ਹਾਂ, ਉਹ ਵੀ ਦੂਜੇ ਨੂੰ ਪਤਾ ਲੱਗਦਾ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਵੀ ਇਹ ਤਾਂ ਲੰਬਾ ਹੋ ਗਿਆ। 1 ਸਾਲ ਬਾਅਦ ਸਰੀਰ ਵੱਧ ਗਿਆ। ਜਿਹੜਾ ਉਹਦੀ ਮਾਂ ਹੈ, ਜਿਹੜਾ ਉਹਦਾ ਪਿਤਾ ਉਹਦੇ ਕੋਲ ਦਿਨ ਰਾਤ ਰਹਿੰਦਾ, ਉਹਦੀ ਨਜ਼ਰ ਤੇ ਐਸੀ ਮਾਇਆ ਪਾਈ ਕਿ ਉਹਨੂੰ ਸਮਝ ਨਹੀਂ ਆਉਂਦੀ ਵਧੀ ਜਾ ਰਿਹਾ, ਉਹਦਾ ਪਤਾ ਨਹੀਂ ਲੱਗਦਾ। ਇਹ ਹੈਰਾਨੀ ਕੁਨ ਸਿੱਟੇ ਨੇ ਉਹਦੀ ਕੁਦਰਤ ਦੇ। ਬ੍ਰਿਧ ਕਰਤਾ ਵਧਾਈ ਜਾ ਰਿਹਾ ਸਾਰੇ ਸੰਸਾਰ ਨੂੰ, ਉਹ ਰੋਕਦਾ ਨਹੀਂ ਕਿਤੇ। ਸਾਰਾ ਸੰਸਾਰ ਵੱਧਦਾ ਜਾ ਰਿਹਾ ਹੈ। ਇੱਕ ਖਾਸ ਥਾਂ ਤੇ ਜਾ ਕੇ ਫਿਰ ਉਹ ਸੰਸਾਰ ਰੁਕ ਜਾਂਦਾ, ਉਹਦਾ ਸੈਂਟਰ ਆ ਜਾਂਦਾ, ਕੇਂਦਰ, ਤੇ ਫਿਰ ਉਹ ਘਟਨਾ ਸ਼ੁਰੂ ਹੋ ਜਾਂਦਾ, ਫਿਰ ਉਹਨੂੰ ਖਤਮ ਕਰ ਦਿੰਦਾ। ਜਿਵੇਂ ਇੱਕ ਆਦਮੀ ਦੀ ਉਮਰ 100 ਸਾਲ ਦੀ, ਤਾਂ ਉਹ 50 ਤੱਕ ਵੱਧਦਾ ਹੈ। 50 ਤੇ ਆ ਕੇ ਉਹਦੀ ਸ਼ਕਤੀ ਘਟਣੀ ਸ਼ੁਰੂ ਹੋ ਜਾਂਦੀ, ਉਹਦਾ ਨਿਯਮ ਹੈ। ਉਹਨੂੰ ਘਟਾਉਣਾ ਸ਼ੁਰੂ ਕਰ ਦਿੰਦਾ ਹੈ। ਹਜ਼ੂਰ ਕਲਗੀਧਰ ਪਾਤਸ਼ਾਹ ਕਹਿੰਦੇ ਤੇਰੇ ਵਿੱਚ ਸਿੱਧੀਆਂ ਨੇ ਔਰ ਬੁੱਧੀ ਹੈ ਤੇਰੇ ਵਿੱਚ, ਤੂੰ ਬੁੱਧੀ ਵੀ ਪ੍ਰਦਾਨ ਕਰਨਾ। 2-3 ਚੀਜ਼ਾਂ ਇਹਦੇ ਅੰਦਰ ਮਨੁੱਖ ਨੂੰ, ਇਹ 3 ਚੀਜ਼ਾਂ ਤਾਂ ਸਮਝਾਈਆਂ ਕਿਉਂਕਿ ਬੰਦਾ ਜੇ ਜੀਵਨ ਦੇ ਵਿੱਚ ਕੋਈ ਸਿੱਧੀ ਪ੍ਰਾਪਤ ਕਰ ਲੈ, ਕਿਸੇ ਕੰਮ ਵਿੱਚ ਕਾਮਯਾਬ ਹੋ ਜਾਏ, ਸਿੱਧੀ ਦੇ ਅਰਥ ਇਹ ਨੇ, ਤਾਂ ਜੇ ਉਹ ਕਾਮਯਾਬ ਹੋ ਜਾਏ ਤੇ ਉਹਦੇ ਉੱਤੇ ਮੋਹਰ ਆਪਣੀ ਲਾਉਂਦਾ ਕਿ ਕਾਮਯਾਬੀ ਦਾ ਕਾਰਨ ਮੈਂ ਬਣਿਆ। ਤੇ ਆਮ ਤੌਰ ਤੇ ਬੰਦਾ ਬੁੱਧੀਵਾਨ ਬਣ ਜਾਏ, ਬੁੱਧੀਜੀਵੀ ਬਣ ਜਾਏ, ਉਹਦੀ ਬੁੱਧੀ ਦਾ ਵਿਕਾਸ ਹੋ ਜਾਏ, ਤੇ ਉੱਥੇ ਵੀ ਮੋਹਰ ਇਹ ਲਾਉਂਦਾ ਕਿ ਬੁੱਧੀ ਮੇਰੀ ਹੈ। ਜੇ ਆਦਮੀ ਆਪਣੇ ਜੀਵਨ ਵਿੱਚ ਕਿਸੇ ਚੀਜ਼ ਨੂੰ ਵਧਾਦਾ ਹੈ, ਵੱਡੀ ਕਰਦਾ ਹੈ, ਉੱਥੇ ਵੀ ਮੋਹਰ ਆਪਣੀ ਲਾਉਂਦਾ ਹੈ ਕਿ ਇਹ ਵਧਾਉਣ ਵਾਲਾ ਮੈਂ ਹਾਂ, ਮੇਰੀ ਸ਼ਕਤੀ ਇਹਦੇ ਵਿੱਚ ਕੰਮ ਕੀਤੀ। ਪਰ ਸਤਿਗੁਰੂ ਨੇ ਇੱਕ ਪਿੱਛੇ ਬਚਨ ਕੀਤਾ, ਕਹਿੰਦੇ ਬ੍ਰਿਧ ਕਰਤਾ। ਇਸ ਗੱਲ ਦੀ ਤੂੰ ਸਮਝ ਚੰਗੀ ਤਰ੍ਹਾਂ ਅੰਦਰ ਪੱਕੀ ਕਰ, ਨਾ ਤੇਰੀ ਕਾਮਯਾਬੀ ਤੇਰੇ ਆਸਰੇ ਤੇ ਹੈ, ਨਾ ਤੂੰ ਬੁੱਧੀਵਾਨ ਆਪਣੇ ਆਸਰੇ ਤੇ ਹੋਇਆ, ਤੇ ਨਾ ਤੂੰ ਆਪਣੇ ਆਸਰੇ ਤੇ ਵਧਿਆ। ਤੇਰਾ ਵਾਧਾ ਵੀ ਨਹੀਂ ਹੈ, ਤੂੰ ਇਸ ਤਰ੍ਹਾਂ ਵੱਧ ਵੀ ਨਹੀਂ ਸਕਦਾ। ਇਹ ਸਾਰੀਆਂ ਕਲਾ ਉਹਦੀਆਂ। ਇਹ ਸ਼ਬਦ ਕਹਿਣ ਦਾ ਮਤਲਬ ਇਹਦੇ ਵਿੱਚ 2 ਗੱਲਾਂ ਨੇ। ਇੱਕ ਪਾਸੇ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰ ਰਹੇ ਨੇ ਸਤਿਗੁਰੂ, ਦੂਜੇ ਪਾਸੇ ਬੰਦੇ ਦਾ ਹੰਕਾਰ ਤੋੜ ਰਹੇ ਨੇ। ਇਹਨੂੰ ਕਹਿੰਦੇ ਨੇ ਇੱਕ ਵਾਰ ਨਾਲ 2, ਇੱਕ ਚੋਟ ਨਾਲ 2 ਕੰਮ ਕਰਨੇ। ਇੱਕ ਪੰਥ 2 ਕਾਜ। ਉਹ 2 ਕਾਜ ਕਿਹੜੇ? ਇੱਕ ਪਾਸੇ ਤੇ ਰੱਬ ਦੀ ਇਬਾਦਤ, ਉਹਦੀ ਵਡਿਆਈ, ਤੂੰ ਕਾਮਯਾਬੀਆਂ ਦਾ ਦਾਤਾ ਹੈ, ਤੂੰ ਬੁੱਧੀਆਂ ਵਿੱਚ ਪ੍ਰਕਾਸ਼ ਕਰਨ ਵਾਲਾ ਹੈ, ਤੂੰ ਸਾਰੇ ਕੰਮਾਂ ਨੂੰ ਵਧਾਉਣ ਵਾਲਾ ਹੈ। ਤੇ ਦੂਜੇ ਪਾਸੇ ਬੰਦੇ ਦੀ ਮੂਰਖਤਾ ਦੇ ਉੱਤੇ ਸੱਟ ਮਾਰੀ, ਕਿਤੇ ਭੁਲੇਖਾ ਨਾ ਖਾਈ, ਤੇਰੇ ਕਰਕੇ ਕੁਝ ਵੀ ਕਾਮਯਾਬੀ ਨਹੀਂ ਹੈ, ਤੇਰੇ ਕਰਕੇ ਕੋਈ ਬੁੱਧੀ ਦੀ ਕਾਢ ਨਹੀਂ ਹੈ, ਤੇਰੇ ਕਰਕੇ ਤੂੰ ਵਾਧਾ ਨਹੀਂ, ਤੇਰੀ ਜ਼ਿੰਦਗੀ ਵਿੱਚ ਕੋਈ ਵਾਧਾ ਨਹੀਂ ਹੁੰਦਾ। ਸਭ ਕੁਝ ਉਹਦੇ ਕਰਕੇ ਹੋ ਰਿਹਾ। ਸਤਿਗੁਰੂ ਦੇ ਕਲਗੀਆਂ ਵਾਲੇ ਦੇ ਜੀਵਨ ਵਿੱਚ ਇੱਕ ਬੜੀ ਵੱਡੀ ਇੱਕ ਕਲਾ ਹੈ। ਭਾਵੇਂ ਹੱਥ ਵਿੱਚ ਸ਼ਸਤਰ ਵੀ ਰੱਖਦੇ ਨੇ, ਭਾਵੇਂ ਉਹਨਾਂ ਦੇ ਕੋਲ ਸਾਧ ਸੰਗਤ ਜੀ
ਸ਼ਕਤੀ ਵੀ ਹੈ, ਉਹ ਸ਼ਕਤੀ ਤੇ ਵਿਸ਼ਵਾਸ ਰੱਖਦੇ ਨੇ। ਤਲਵਾਰ ਹੈ, ਉਹ ਇਹ ਕਹਿੰਦੇ ਨੇ ਬੰਦੇ ਕੋਲ ਤਾਕਤ ਹੋਣੀ ਚਾਹੀਦੀ ਬਾਹਾਂ ਵਿੱਚ, ਕੋਈ ਸ਼ੱਕ ਨਹੀਂ। ਔਰ ਸ਼ਕਤੀ ਨੂੰ ਮੰਨਦੇ ਨੇ ਉਹ ਕਿ ਰੱਬ ਦੀ ਸ਼ਕਤੀ ਬੰਦੇ ਵਿੱਚ ਹੈ, ਉਹਦੀ ਵਰਤੋਂ ਕਰਨੀ ਚਾਹੀਦੀ ਹੈ ਕਿਸੇ ਵਕਤ। ਕਿਉਂਕਿ ਉਸ ਵੇਲੇ ਹਿੰਦੁਸਤਾਨ ਦੇ ਸਮਾਜ ਵਿੱਚ ਪੁਰਾਣਾ ਚੱਲਿਆ ਆ ਰਿਹਾ, ਜਿਵੇਂ ਕੱਲ੍ਹ ਆਪਾਂ ਪਿੱਛੇ ਵਿਚਾਰਿਆ ਸੀ ਕਿ ਨਮੋ ਮੰਤਰ ਮੰਤਰੰਗ, ਨਮੋ ਜੰਤਰ ਜੰਤਰੰਗ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰਗ। ਇਹ ਜੰਤਰ ਮੰਤਰ ਤੰਤਰ ਜਿਹੜੀਆਂ ਤਿੰਨ ਗੱਲਾਂ ਇੱਥੇ ਲਿਖੀਆਂ ਹੋਈਆਂ ਜਾਪ ਸਾਹਿਬ ਦੇ ਅੰਦਰ, ਤਾਂ ਉਦੋਂ ਇੱਕ ਰਿਵਾਜ ਚੱਲਦਾ ਸੀ ਕਿ ਮੰਤਰ ਪੜ੍ਹ ਕੇ ਦੇਵਤੇ ਦੇਵੀਆਂ ਨੂੰ ਖੁਸ਼ ਕਰਨਾ, ਉਹਨਾਂ ਤੋਂ ਵਰ ਲੈਣਾ, ਹਵਨ ਕਰਨੇ। ਹਜ਼ੂਰ ਕੋਲ ਵੀ ਉਹ ਮੰਤਰ ਪੜ੍ਹਨ ਵਾਲੇ ਆਏ, ਕੋਈ ਸ਼ੱਕ ਨਹੀਂ। ਪੰਡਤ ਜੀ ਆਏ, ਪੰਡਤ ਜੀ ਨੇ ਆ ਕੇ ਸਲਾਹ ਦਿੱਤੀ ਕਿ ਮਹਾਰਾਜ ਸਤਿਗੁਰੂ ਜੀਓ, ਤੁਸੀਂ ਜਿਹੜਾ ਇਹ ਕਾਰਜ ਸ਼ੁਰੂ ਕਰਨ ਲੱਗੇ ਹੋ ਯੁੱਧ ਜੰਗਾਂ ਦਾ, ਇਹ ਤੁਹਾਡੇ ਵੱਸ ਦਾ ਕੰਮ ਨਹੀਂ। ਦੇਵੀ ਨੂੰ ਖੁਸ਼ ਕਰੋ, ਪ੍ਰਗਟ ਹੋਏਗੀ, ਵਰ ਦੇਗੀ, ਸ਼ਕਤੀ ਹਾਸਲ ਕਰੋ। ਸਤਿਗੁਰਾਂ ਨੇ ਕਿਹਾ ਕਿਵੇਂ ਹੋਏਗੀ? ਕਹਿਣ ਲੱਗੇ ਇਸ ਮੰਤਰ ਦਾ ਜਾਪ ਨਾਲ ਅਸੀਂ ਕਰਾਂਗੇ, ਹਵਨ ਚੱਲੇਗਾ, ਸਮੱਗਰੀ ਚਾਹੀਦੀ, ਘਿਓ ਦੇ ਇੰਨੇ ਪੀਪੇ ਚਾਹੀਦੇ ਨੇ, ਚੰਦਨ ਦੀ ਲੱਕੜ ਚਾਹੀਦੀ, ਸੁਗੰਧਿਤ ਚੀਜ਼ਾਂ ਚਾਹੀਦੀਆਂ ਨੇ। ਹਜ਼ੂਰ ਨੇ ਤਾਂ ਕਿਹਾ ਸੀ, ਕਹਿੰਦੇ ਨਹੀਂ, ਇਹਨਾਂ ਮੰਤਰਾਂ ਨੇ ਗੁਲਾਮੀ ਦਿੱਤੀ ਤੁਹਾਨੂੰ, ਤੁਸੀਂ ਮਾਨਸਿਕ ਤੌਰ ਤੇ ਵੀ ਗੁਲਾਮ ਹੋ ਗਏ। ਮੰਤਰ ਦਾ ਮਤਲਬ ਤਾਂ ਇਹ ਸੀ ਕਿ ਤੁਹਾਨੂੰ ਖੁਸ਼ਹਾਲ ਕਰਦੇ, ਤੁਹਾਨੂੰ ਉੱਚਾ ਕਰ ਲੈਂਦੇ, ਤੁਹਾਨੂੰ ਆਜ਼ਾਦੀ ਦਿੰਦੇ। ਤੁਹਾਡੇ ਮੰਤਰਾਂ ਨੇ ਤੁਹਾਡੀਆਂ ਬਾਹਾਂ ਦਾ ਬਲ ਹੀ ਖਤਮ ਕਰ ਦਿੱਤਾ ਹੈ। ਤੁਸੀਂ ਹੱਥਾਂ ਤੇ ਹੱਥ ਧਰ ਕੇ ਬਹਿ ਗਏ, ਔਰ ਇਹ ਹੋਇਆ ਸੀ, ਇਹ ਵਾਪਰਿਆ ਸੀ ਕਿ ਏਮਨਾਬਾਦ ਦੀ ਧਰਤੀ ਤੇ ਭਾਈ ਮਰਦਾਨਾ ਜੀ ਔਰ ਸਤਿਗੁਰੂ ਸਨ ਤੇ ਬਾਬਰ ਨੇ ਹਮਲਾ ਕੀਤਾ, ਸਭ ਕੁੱਟ ਲੁੱਟ ਕੇ ਗੁਲਾਮ ਕਰ ਲਏ। ਗੁਰੂ ਸਾਹਿਬ ਵੀ ਉਹਨਾਂ ਵਿੱਚ ਸਨ। ਸਤਿਗੁਰਾਂ ਨੇ ਬੰਦੀਖਾਨੇ ਵਿੱਚ ਉਹਨਾਂ ਨੂੰ ਵੀ ਚੱਕੀ ਦਿੱਤੀ ਗਈ। ਭਾਈ ਮਰਦਾਨੇ ਨੇ ਇੱਕ ਸਵਾਲ ਕੀਤਾ ਸਤਿਗੁਰਾਂ ਨੂੰ, ਮਹਾਰਾਜ ਇਹ ਵੀ ਆਦਮੀ ਨੇ, ਉਹ ਵੀ ਆਦਮੀ ਜਿਹੜੇ ਚੜ੍ਹ ਕੇ ਆਏ, ਜਿਨ੍ਹਾਂ ਨੇ ਹਮਲਾ ਕੀਤਾ, ਹਾਰ ਕਿਉਂ ਗਏ? ਇਹ ਵੀ ਸਿਪਾਹੀ ਨੇ, ਉਹ ਵੀ ਸਿਪਾਹੀ ਨੇ। ਸਤਿਗੁਰਾਂ ਨੇ ਗੱਲ ਕਹੀ, ਮਰਦਾਨਿਆਂ ਇਹਨਾਂ ਨੇ ਦੋ ਗਲਤੀਆਂ ਕਰ ਲਈਆਂ। ਉਹ ਕਿਹੜੀਆਂ ਨੇ? ਇੱਕ ਤੇ ਜਿਹੜੀ ਇਹਨਾਂ ਦੇ ਸਰੀਰ ਵਿੱਚ ਰੱਬ ਨੇ ਸ਼ਕਤੀ ਪਾਈ, ਇਹਨਾਂ ਨੇ ਉਹਦੀ ਵਰਤੋਂ ਨਹੀਂ ਕੀਤੀ। ਉਹਨੂੰ ਇੱਕ ਸ਼ਕਤੀ ਮੈਂ ਅੱਗੇ ਜਾ ਕੇ ਬੇਨਤੀ ਕਰਾਂਗਾ। ਦੂਜੀ, ਇਹਨਾਂ ਨੇ ਰੱਬ ਦੀ ਓਟ ਛੱਡ ਕੇ ਮੰਤਰਾਂ ਦੀ ਓਟ ਲੈ ਲਈ। ਔਰ ਇਹ ਸੱਚਾਈ ਹੈ, ਗੁਰਬਾਣੀ ਵਿੱਚ ਲਿਖਿਆ ਹੋਇਆ, ਜਦੋਂ ਬੰਦਾ ਆਲਸੀ ਹੁੰਦਾ ਹੈ ਨਾ, ਨਿਕੰਮਾ ਹੁੰਦਾ ਹੈ, ਕੰਮ ਨਹੀਂ ਕਰਨਾ ਚਾਹੁੰਦਾ, ਮਿਹਨਤ ਨਹੀਂ ਕਰਨਾ ਚਾਹੁੰਦਾ, ਤੇ ਉਹ ਕਿਸੇ ਤੋਂ ਪਾਪ ਕਰਾਉਂਦਾ। ਫਿਰ ਤੁਸੀਂ ਆਹ ਕਰ ਦਿਓ ਪਾਪ, ਇੰਨੇ ਪੈਸੇ ਲੈ ਕੇ ਅਸੀਂ ਸੌਂ ਜਾਈਏ ਆਰਾਮ ਨਾਲ। ਨਿਕੰਮਾ ਹੈ, ਆਲਸੀ ਹੈ। ਜਦੋਂ ਇਹ ਗੱਲ ਠੀਕ ਹੈ, ਕਿਸੇ ਕੰਮ ਦੇ ਵਿੱਚ ਕਿਸੇ ਤੋਂ ਸਹਾਇਤਾ ਲੈਣੀ ਮਾੜੀ ਨਹੀਂ। ਜਦੋਂ ਬੰਦਾ ਇਹ ਸੋਚਦਾ ਨਾ, ਕਿਸੇ ਜੋਤਸ਼ੀ ਕੋਲ ਜਾ ਕੇ 1100 ਦਾ ਉਪਾਅ ਕਰਾਓ, ਦੂਜੇ ਦੀ ਫੈਕਟਰੀ ਬੰਦ ਹੋ ਜਾਏ, ਤੁਹਾਡੀ ਚੱਲ ਜਾਏ, ਇਹ ਕਿੰਨਾ ਵੱਡਾ ਧੋਖਾ ਹੈ ਜ਼ਿੰਦਗੀ ਆਪਣੀ ਨਾਲ। ਤਾਂ ਉਹ ਆਦਮੀ ਆਲਸੀ ਹੋਏਗਾ, ਉਹ ਆਦਮੀ ਨਿਕੰਮਾ ਹੋਵੇਗਾ ਤੇ ਗੁਲਾਮੀ ਦੇ ਰਾਹ ਤੇ ਜਾਏਗਾ। ਸਤਿਗੁਰੂ ਨੇ ਕਿਹਾ, ਮਰਦਾਨਿਆਂ ਇਹਨਾਂ ਨੇ ਦੋ ਕੰਮ ਕੀਤੇ, ਇੱਕ ਤੇ ਦਲਿਦਰੀ ਹੋ ਗਿਆ, ਇੱਕ ਵਿਕਾਰੀ ਹੋ ਗਿਆ, ਜਿਹੜੇ ਕੰਮ ਵਿੱਚ ਸਾਡੀ ਕੌਮ ਅੱਜ ਲੱਗੀ ਹੋਈ ਹੈ। ਜੇ ਇਤਿਹਾਸ ਦਾ ਮੁਤਾਲਿਆ ਕਰੀਏ, ਜਦੋਂ ਹਿੰਦੁਸਤਾਨ ਗੁਲਾਮ ਹੋਇਆ ਸੀ 11ਵੀਂ ਸਦੀ ਦੇ ਵਿੱਚ, 12ਵੀਂ ਦੇ ਵਿੱਚ, ਜਾਂ ਸੰਨ 700-800 ਦਾ ਇਤਿਹਾਸ ਪੜ੍ਹਿਆ ਜਾਏ ਵੀ ਉਦੋਂ ਹਿੰਦੁਸਤਾਨ ਦੀ ਹਾਲਤ ਕੀ ਸੀ। ਜਦੋਂ ਮੁਹੰਮਦ ਗੋਰੀ ਹੋਰਾਂ ਕੋਲ ਇਹ ਰਾਜ ਕਿਵੇਂ ਆਇਆ, ਰਾਜਪੂਤ ਕਿਵੇਂ ਹਾਰੇ। ਇਹ ਬੜਾ ਵੱਡਾ ਸਾਮਰਾਜ ਸੀ, ਅਫਗਾਨਿਸਤਾਨ ਤੋਂ ਲੈ ਕੇ ਸ਼੍ਰੀਲੰਕਾ ਤੱਕ ਇੱਕੋ ਹੀ ਦੇਸ਼ ਸੀ, ਭਾਰਤ ਇੰਡੀਆ ਸੀ ਸਾਰਾ। ਇਹਨਾਂ ਦੀ ਗੁਲਾਮੀ ਦਾ ਕਾਰਨ ਕੀ ਬਣਿਆ? ਰਾਜਪੂਤਾਂ ਦਾ ਰਾਜ ਸੀ, ਹਿੰਦੂ ਸਾਮਰਾਜ ਸੀ। ਇੱਥੇ ਸਾਰੀ ਸੱਭਿਅਤਾ ਪੁਰਾਣੀ ਫੋਲ ਕੇ ਵੇਖੋ, ਬੜਾ ਸ਼ਕਤੀਸ਼ਾਲੀ ਰਾਜ ਸੀ। ਗੁਲਾਮ ਕਦੋਂ ਹੋਇਆ?
ਨਾਦਰ ਸ਼ਾਹ ਨੇ, ਮਹਿਮੂਦ ਗਜ਼ਨਵੀ ਨੇ ਕਦੋਂ ਇਹ ਸਭ ਕੁਝ ਕੀਤਾ? ਉਹ ਹਾਲਾਤ ਕਿਵੇਂ ਦੇ ਸਨ ਹਿੰਦੂ ਕੌਮ ਦੇ, ਭਾਰਤ ਦੇ ਲੋਕਾਂ ਦੇ ਹਾਲਾਤ ਕਿਵੇਂ ਦੇ ਸਨ? ਜਿਵੇਂ ਦੇ ਹੁਣ ਸਾਡੇ ਸਿੱਖ ਕੌਮ ਦੇ ਹਾਲਾਤ ਨੇ। ਜਿਵੇਂ ਦੇ ਐਸ਼ ਪ੍ਰਸਤ ਅਸੀਂ ਹੋ ਗਏ ਹਾਂ, ਇਸ ਤਰ੍ਹਾਂ ਦੇ ਐਸ਼ ਪ੍ਰਸਤ ਉਹ ਹੋਏ ਸਨ, ਤਾਂ ਉਹਨਾਂ ਦੇ ਮੰਦਰ ਢਹਿ ਗਏ। ਤਾਂ ਅਹਿਮਦ ਸ਼ਾਹ ਅਬਦਾਲੀ ਨੇ ਉਹਨਾਂ ਦੀਆਂ ਮੂਰਤੀਆਂ ਤੋੜੀਆਂ, ਤਾਂ ਉਹਨਾਂ ਦੇ ਹੱਥਾਂ ਦੀਆਂ ਤਲਵਾਰਾਂ ਡਿੱਗ ਪਈਆਂ, ਤਾਂ ਉਹਨਾਂ ਦੇ ਦੇਸ਼ ਦੇ ਵਿੱਚੋਂ ਥੋੜ੍ਹੇ ਜਿਹੇ ਬੰਦੇ ਆਏ, ਸਾਰੇ ਦੇਸ਼ ਨੂੰ ਲੁੱਟ ਕੁੱਟ ਕੇ ਉਹਨਾਂ ਦੀਆਂ ਨੌਜਵਾਨ ਲੜਕੀਆਂ ਬੰਨ੍ਹ ਕੇ ਅਹਿਮਦ ਸ਼ਾਹ ਅਬਦਾਲੀ ਲੈ ਗਿਆ। ਉਹਦਾ ਕਾਰਨ ਕੀ ਸੀ? ਐਸ਼ ਪ੍ਰਸਤ ਹੋ ਗਏ ਸਨ। ਬਸ ਖਾਣਾ ਪੀਣਾ, ਸੌਣਾ, ਨੱਚਣਾ, ਹੱਸਣਾ, ਇਹਨੂੰ ਕਹਿੰਦੇ ਸਨ ਜ਼ਿੰਦਗੀ ਤੇ ਆਹ ਹੀ ਰਹਿ ਗਈ। ਜਿਹੜੀ ਹਾਲਾਤ ਵਿੱਚੋਂ ਸਾਡੀ ਕੌਮ ਅੱਜ ਲੰਘ ਰਹੀ, ਐਸ਼ ਪ੍ਰਸਤ, ਅਸ਼ਲੀਲ ਤੇ ਨਸ਼ਿਆਂ ਦੀ ਸ਼ਿਕਾਰ ਤੇ ਪਤਿਤ ਪੁਣਾ, ਇਹਦੇ ਵਿੱਚੋਂ ਹੀ ਉਹ ਲੰਘੇ ਸਨ। ਬਾਅਦ ਵਿੱਚ ਐਸੇ ਗੁਲਾਮ ਹੋਏ ਕਿ ਇਹ ਗੁਲਾਮੀ 700 ਸਾਲ ਚੱਲੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਇਹ ਟੁੱਟਣੀ ਸ਼ੁਰੂ ਹੋਈ। ਤਾਂ ਗਏ ਸਨ, ਤੁਹਾਨੂੰ ਪਤਾ ਹੈ, ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਪੰਡਤ ਕਿਰਪਾ ਰਾਮ ਹੋਰੀ, ਕਸ਼ਮੀਰ ਦੇ ਪੰਡਤ, ਇਕੱਠੇ ਹੋ ਕੇ ਗਏ। ਉੱਥੇ ਬਹੁਤ ਸਾਰੀਆਂ ਗੱਲਾਂ ਹੋਈਆਂ ਹੋਣਗੀਆਂ। ਸਿੱਖ ਕੌਮ ਦੀ ਉਮਰ ਬੜੀ ਘੱਟ ਹੈ, ਔਰ ਦੂਜੀ ਇਹਦੇ ਵਿੱਚ ਕਮੀ ਇਹ ਹੈ ਵੀ ਇਹ ਪੜ੍ਹੀ ਲਿਖੀ ਬਹੁਤ ਘੱਟ ਹੈ। ਉੱਥੇ ਜਿਹੜੀਆਂ ਗੱਲਾਂ ਹੋਈਆਂ ਉਹਦਾ ਥੋੜ੍ਹਾ ਜਿਹਾ ਹਿੱਸਾ ਇਤਿਹਾਸ ਵਿੱਚ ਲਿਖਿਆ ਹੋਇਆ ਵੀ ਇਹ ਯਤੀਮ ਨੇ ਤੇ ਗੁਰੂ ਗੋਬਿੰਦ ਸਿੰਘ ਨੇ ਕਹਿ ਦਿੱਤਾ ਤੁਸੀਂ ਸੀਸ ਦੇ ਦਿਓ। ਗੱਲਾਂ ਤੇ ਹੋਰ ਵੀ ਬਹੁਤ ਨੇ। ਉੱਥੇ ਇਹ ਗੱਲ ਹੋਈ ਸੀ ਕਿ ਹੁਣ ਤੱਕ ਦਾ ਜਿਹੜਾ ਧਾਰਮਿਕ ਸਿਸਟਮ ਹੈ ਹਿੰਦੁਸਤਾਨ ਦਾ, ਉਹ ਖਰਾਬ ਹੋ ਗਿਆ। ਇਹ ਵਿਚਾਰਾਂ ਜ਼ਰੂਰ ਹੋਈਆਂ। ਲੋਕ ਸਿਰਫ ਪੂਜਾ ਪ੍ਰਤਿਸ਼ਠਾ, ਮੰਦਰਾਂ ਵਿੱਚ ਫੁੱਲ ਚੜਾਉਣੇ, ਪਰਿਕਰਮਾ ਕਰਨੀਆਂ, ਤੀਰਥਾਂ 'ਤੇ ਨਹਾਉਣਾ, ਇਸੇ ਵਿਸ਼ਵਾਸ ਮੰਤਰਾਂ ਜੰਤਰਾਂ ਵਿੱਚ ਫਸ ਕੇ ਰਹਿ ਗਏ। ਉਹਨਾਂ ਨੇ ਆਪਣੀ ਹੱਥ ਦੀ ਸ਼ਕਤੀ ਤੇ ਰੱਬ ਦੀ ਸ਼ਕਤੀ 'ਤੇ ਵਿਸ਼ਵਾਸ ਨਹੀਂ ਕੀਤਾ। ਇਸ ਕਰਕੇ ਗੁਲਾਮੀ ਆ ਗਈ। ਇਸ ਕਰਕੇ ਹਿੰਦੁਸਤਾਨ ਗੁਲਾਮ ਹੋਇਆ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਾ ਦੌਰ, ਜਿਹਨੂੰ ਕਹਿੰਦੇ ਨਾ ਕਿਸੇ ਕੰਮ ਦਾ ਸ਼ੁਭ ਆਰੰਭ ਕਰਨਾ, ਗੁਲਾਮੀ ਨੂੰ ਤੋੜਨ ਦੀ ਆਰੰਭਤਾ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਨੇ। ਕਹਿੰਦੇ ਮੈਂ ਆਰੰਭ ਕਰਨਾ ਤੇ ਦੋ ਚੀਜ਼ਾਂ 'ਤੇ ਵਿਸ਼ਵਾਸ ਕਰੋ। ਉਹ ਦੋ ਚੀਜ਼ਾਂ ਕਿਹੜੀਆਂ? ਇੱਕ ਤੁਹਾਡੇ ਸਰੀਰ ਵਿੱਚ ਪਾਈ ਹੋਈ ਤੇ ਮਨ ਵਿੱਚ ਪਾਈ ਹੋਈ ਨਿਸ਼ਚੈ ਸ਼ਕਤੀ, ਉਹ ਹੀ ਤੁਹਾਡੀ ਦੇਵੀ ਹੈ। ਦੂਜਾ ਉਸ ਰੱਬ ਦਾ ਓਟ ਆਸਰਾ। ਇਹ ਦੋ ਚੀਜ਼ਾਂ ਨੂੰ ਇਕੱਠਾ ਕਰ ਦਿਓ, ਤੁਹਾਨੂੰ ਹਰਾਉਣ ਵਾਲਾ ਹੀ ਕੋਈ ਨਹੀਂ। ਹਾਰਦਾ ਹੀ ਉਹ ਹੈ ਜਿਹੜਾ ਆਪਣੀ ਸ਼ਕਤੀ ਵੀ ਛੱਡ ਪੈਂਦਾ ਤੇ ਰੱਬ ਤੇ ਵਿਸ਼ਵਾਸ ਨਹੀਂ ਕਰਦਾ, ਹੋਰ ਚੀਜ਼ਾਂ ਤੇ ਵਿਸ਼ਵਾਸ ਕਰੀ ਜਾਂਦਾ। ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਵੀ ਉਦੋਂ ਪੰਡਤ ਜੀ ਆਏ, ਕਹਿਣ ਲੱਗਿਆ ਮੰਤਰ ਪੜ੍ਹਦੇ ਆ, ਦੇਵੀ ਪ੍ਰਗਟ ਹੋ ਜਾਏਗੀ ਸ਼ਕਤੀ। ਕਿਉਂਕਿ ਮੈਂ ਇਸ ਤੁੱਖ ਤੇ ਬੇਨਤੀ ਕਰ ਰਿਹਾ ਵੀ ਰੱਬ ਕਲਗੀਆਂ ਵਾਲੇ ਕਹਿੰਦੇ ਸਦਾ ਸਿੱਧ ਦਾ, ਕਾਮਯਾਬੀਆਂ ਦਾ ਦਾਤਾ ਅਕਾਲ ਪੁਰਖ ਵਾਹਿਗੁਰੂ ਹੈ। ਬੁੱਧ ਦਾ, ਬੁੱਧੀ ਦੇਣ ਵਾਲਾ ਹੈ। ਬ੍ਰਿਧ ਕਰਤਾ, ਕੰਮਾਂ ਨੂੰ ਵਧਾਉਣ ਵਾਲਾ ਹੈ, ਵੱਡੇ ਕਰਨ ਵਾਲਾ ਹੈ। ਜਦੋਂ ਉਹਨਾਂ ਪੰਡਤਾਂ ਨੇ ਇਹ ਕਿਹਾ ਕਿ ਹਵਨ ਕਰਾਂਗੇ, ਦੇਵੀ ਪ੍ਰਗਟ ਹੋ ਜਾਏਗੀ, ਸ਼ਕਤੀ ਆ ਜਾਏਗੀ, ਸਤਿਗੁਰਾਂ ਨੇ ਵੇਖਿਆ, ਪਤਾ ਤੇ ਹੈ ਸੀ ਵੀ ਜੇ ਦੇਵੀਆਂ ਨੇ ਪਹਿਲਾਂ ਨੇ ਜਨੇਊ ਨਹੀਂ ਬਚਾਇਆ ਇਹਨਾਂ ਦਾ, ਜੇ ਬੋਧੀ ਨਹੀਂ ਬਚਾ ਸਕਿਆ, ਉਹ ਦੇਵੀ ਨਹੀਂ ਪ੍ਰਗਟ ਹੋਈ। ਬੋਧੀਆਂ ਲੈਂਦੀਆਂ ਸਨ, ਤਿਲਕ ਬੰਦ ਕਰ ਦਿੱਤਾ ਗਿਆ ਸੀ, ਪੂਜਾ ਬੰਦ ਹੋ ਗਈ, ਮੰਦਰ ਢਾਹ ਦਿੱਤੇ ਗਏ। ਇੰਨਾ ਖੜਕਾ ਹੋਇਆ ਕਿ ਔਰੰਗਜ਼ੇਬ ਨੇ ਮੰਦਰ ਢਾਏ, ਸ਼ਰੇਆਮ ਟੱਲ ਜਿਹੜੇ ਨੇ ਲਾ ਕੇ ਪਾਸੇ ਸਿੱਟ ਦਿੱਤੇ, ਮੂਰਤੀਆਂ ਤੋੜ ਦਿੱਤੀਆਂ। ਇਹਦੀ ਆਵਾਜ਼ ਦੇਵੀ ਤੱਕ ਨਹੀਂ ਸੀ ਗਈ। ਜੇ ਗਈ ਹੁੰਦੀ ਤੇ ਆ ਕੇ ਬਚਾ ਨਾ ਲੈਂਦੀ। ਪਰ ਉਹਨਾਂ ਪੰਡਤਾਂ ਦੇ ਨਾਲ ਕੁਝ ਸਿੱਖ ਵੀ ਇਕੱਠੇ ਹੋ ਕੇ ਆਏ ਸਨ। ਸਮਾਜ ਦੀ ਇੱਕ ਮਨੋਵਿਗਿਆਨ ਪ੍ਰਕਿਰਿਆ ਹੁੰਦੀ, ਜਿਹਨੂੰ ਜਿੰਨਾ ਚਿਰ ਸੁਣਿਆ ਨਾ ਜਾਏ, ਸਿੱਧ ਨਾ ਕੀਤਾ ਜਾਏ ਸਾਹਮਣੇ, ਉਹਨਾਂ ਚਿਰ ਉਹ ਨਿਕਲਦੀ ਨਹੀਂ। ਆ ਸਾਡਾ ਤਰੀਕਾ ਠੀਕ ਨਹੀਂ ਸਿੱਧਾ। ਅਸੀਂ ਕਹਿੰਦੇ ਹਾਂ ਗੁਰੂ ਤੇ ਵਿਸ਼ਵਾਸ ਕਰੋ, ਹੋਰ ਕਿਸੇ ਤੇ ਵਿਸ਼ਵਾਸ ਨਾ ਕਰੋ। ਕੋਈ ਸਾਹਮਣੇ ਘਟਨਾ ਤੇ ਵਿਖਾਓ ਨਾ ਵੀ ਕਿਵੇਂ ਹੁੰਦਾ ਸਭ ਕੁਝ। ਸਤਿਗੁਰੂ ਨੇ ਵੇਖਿਆ
कि इन्हां पंडित जनां ने हिंदुस्तान के निवासियों के दिमाग में एक गल भर दी है कि तुहाडी राखी ना रब कर सकता, ना तुसी आप कर सकते हो। तुहाडी राखी तुहाडियां देवियां देवते करनगे प्रगट हो के। हजूर ने एक तरीका वरत्या भी हवन कर लेना चाहिए। जिहड़ा भुलेखा पिया ना भी गुरु गोबिंद सिंह सच्चे पातशाह जी ने देवी प्रगट की सी नैना देवी के पहाड़ ते, वो कित्थों पिया है। सतगुरां ने फैसला किया भी इन्नी सिख संगत नूं एक बारी सामने दिखा ही देना चाहिए भी कोई देवी नहीं प्रगट हुई। जिन्हें काम करना वो हत्थां दियां बंदे दियां बाहां और रब दा नाम ते उहदी किरपा है। उन्होंने कहा ठीक है असी उपराला कर देने, रस्त पानी भेज देने, तुसी करो हवन, की इतराज है। जे इमदाद मिल जाए, एक बंदे ने कोई काम करना हो बाहरों इमदाद मिलती लै लेनी चाहिए। तो प्रबंध हो गए, तरीका बना लिया गया, प्रबंध कर दिता गया हवन का। कई मन घ्यो भेज दिता उस पहाड़ के उत्ते, समग्री चली गई। पंडित जी आप गए, सतगुरां नूं कहा तुसी भी कोल रहना है क्योंकि शक्ति प्रगट होएगी, तुसी वर मंग लेना। कलगीधर पातशाह खुद जिथे हवन शुरू होया उहदे तो थोड़े जिहे हटवें एक थां ते एक एकांत दे विच तंबू ला के कनात दे विच बैठ गए। वो बड़ा स्वादला वक्त सी। एक पासे पंडित ने हवन शुरू कर दिता, वो मंत्र पढ़ता रहा और आहूति देंदा रहा, घ्यो पाउंदा रहा, होर चीज़ां विच पाउंदा रहा। दूजे पासे गुरु गोबिंद सिंह महाराज सच्चे पातशाह जी अपने खेमे विच बैठ गए। भाई साहब भाई वीर सिंह ने इत्थे बहुत सुंदर लिखिया है। वो कहते ने इक्को वक्त उन्हां 9 महीनों विच गुरु ने 2 काम कीते। एक तो पंडित नूं कहा तू देवी प्रगट कर, हुंदी है कि नहीं। सिखां नूं कहा तुसीं देखो हुंदी है कि नहीं। दूजे पासे आप खेमे विच बैठ गए ते ध्यान विच जुड़े, चिंतन विच उन्होंने खालसे की तस्वीर बनाई भी जिहड़ा खालसा साजना सी अगे बनाउणा सी। क्योंकि अगे 1999 की विसाखी आ रही सी। वो अपने काम विच रुझ गए। उन्होंने अपने अंदर ही एक ऐसे पूर्ण पुरख की तस्वीर, उहदी होंद, उहदे गुण किवें दे होने चाहिए ने, खालसे का स्वरूप किवें दा होना चाहिए, उहदे उत्ते 9 महीने काम कीता। ते 9 महीनों बाद एक त्यार बर त्यार तस्वीर गुरु कलगीधर पातशाह दे अपने आपे विचों बाहर प्रगट हुई, सामने आ गई। सतगुरां ने कहा तू कौन है। त्यार बर त्यार पूरा शरीरक स्वरूप खालसे दा, जिहदियां अखां दे विचों रब दी रोशनी जिहड़ी है झरदी सी, जिहदे शरीर दे एक एक लूं दे विच क्रांति सी, परमात्मा की याद सी। जदों सामने आया हजूर ने पूछा तू कौन है, कहन लगा मैं खालसा हाँ। उत्थे फैसला कर लिया भी जिहड़ा खालसा मैं बनाउणा है इस तरह का, उहदी रचना कीती उत्थे अंदरूनी तौर पर, फिर उन्होंने बाहर सिर्फ उन्होंने प्रगट करना सी। दूजे पासे 8-9 महीने पंडित जी घ्यो फूकते रहे तो सतगुरु उठ के बाहर चले गए। कहन लगे पंडित जी इन्ना घ्यो तुसी अग ते पा दिता है, इन्ना चंदन, इन्ना कुछ, ते की गल देवी प्रगट नहीं हुई। तुसी क्या सी, बहुत समा हो चुका है। हुण बहाना कोई नहीं सी। पंडित जी ने एक बड़ा सुंदर बहाना कढ़िया, क्योंकि पढ़े बंदे कोल तरीके बहुत होंदे ने। उन्होंने कहा भी हुण गुरु तो जान किवें छड़ाईए, तलवार इहदे हत्थ विच है, किहड़ा तरीका है। ते पंडित जी ने एक बहाना कढ़िया, कहन लगे महाराज देवी रुस ज्यादा गई है, नाराज हो गई, वो किसे पूर्ण पुरुष की बलि मंगती है। तरीका है पूर्ण पुरुष की बलि, कौन हो सकता है। कहन लगा वो गृहस्थी ना होवे,
ਸਿਆਣਾ ਸੀ, ਬਹੁਤ ਚਲਾਕ ਸੀ। ਉਹ ਗ੍ਰਸਤੀ ਨਹੀਂ ਹੋਣਾ ਚਾਹੀਦਾ। ਤੇ ਕੁਦਰਤੀ ਤੌਰ ਤੇ ਹਜ਼ੂਰ ਨੇ ਕਿਹਾ ਵੀ ਮੈਂ ਤੇ ਗ੍ਰਸਤੀ ਹਾਂ, ਮੈਂ ਤੇ ਵਿਆਹਿਆ ਹੋਇਆ, ਮੇਰੇ ਸਿੱਖ ਵੀ ਬਹੁਤੇ ਵਿਆਹੇ ਹੋਏ ਨੇ। ਉਹਨੇ ਆਪਣੇ ਮਨ ਵਿੱਚ ਮਨਸੂਬਾ ਬਣਾਇਆ ਸੀ ਕਿ ਬਾਬਾ ਅਜੀਤ ਸਿੰਘ, ਉਹਨਾਂ ਵੱਲ ਇਸ਼ਾਰਾ ਵੀ ਉਹ ਅਜੇ ਬੱਚੇ ਨੇ, ਉਹਨਾਂ ਦੀ ਬਲੀ ਦੇ ਦੇਣਾ। ਤੁਹਾਡਾ ਸਾਹਿਬਜ਼ਾਦਾ ਨਾ ਗੁਰੂ ਸਾਹਿਬ ਕਹਿਣਗੇ ਔਰ ਚਲੇ ਜਾਣਗੇ ਵੀ ਅਸੀਂ ਨਹੀਂ ਦੇ ਸਕਦੇ, ਇਹਨਾਂ ਦਾ ਪੁੱਤਰ ਹੈ, ਬੱਚਾ ਹੈ। ਪਰ ਗੁਰੂ ਨੂੰ ਕੌਣ ਸਮਝਾਏ? ਜਿਹਦਾ ਜਨਮ ਇੰਨੀ ਗਹਿਰੀ ਸਿਆਣਪ ਵਿੱਚੋਂ ਹੋਇਆ ਹੋਵੇ, ਉਹਨੂੰ ਕੌਣ ਚਾਰ ਸਕਦਾ ਹੈ? ਉਹਨਾਂ ਨੇ ਕਿਹਾ, ਪੰਡਤ ਜੀ ਇਹ ਤਾਂ ਸਾਰੇ ਸੰਸਾਰੀ ਬੰਦੇ ਨੇ, ਤੁਸੀਂ 9 ਮਹੀਨਿਆਂ ਤੋਂ ਸ਼ਲੋਕ ਪੜ੍ਹ ਰਹੇ ਹੋ, ਮੰਤਰ, ਪਵਿੱਤਰ ਹੋ ਗਿਆ ਤੁਹਾਡਾ ਸਰੀਰ, ਤੁਸੀਂ ਬੜੇ ਮੰਤਰ ਪੜ੍ਹੇ ਨੇ, ਤੁਹਾਡੇ ਵਰਗਾ ਬ੍ਰਹਮਚਾਰੀ ਕੋਈ ਨਹੀਂ ਜੇ, ਤੁਸੀਂ 1 ਸਾਲ ਤੋਂ ਇਸਤਰੀ ਦੇ ਮੱਥੇ ਨਹੀਂ ਲੱਗੇ, ਕੋਈ ਪਾਪ ਨਹੀਂ ਕੀਤਾ, ਮੇਰੇ ਖਿਆਲ ਵਿੱਚ ਤੁਹਾਡੀ ਬਲੀ ਦੇ ਦੇਣੀ ਚਾਹੀਦੀ, ਦੇਵੀ ਪ੍ਰਗਟ ਹੋ ਜਾਏਗੀ। ਪੰਡਤ ਜੀ ਨੇ ਸੁਭਾਅ ਤੋਂ ਜਾਣੂ ਸਨ ਕਲਗੀਧਰ ਪਾਤਸ਼ਾਹ ਦੇ, ਵੀ ਉਹ ਇਸ ਤਰ੍ਹਾਂ ਦੇ ਕੰਮ ਕਰਨ ਲੱਗਿਆਂ ਬਹੁਤਾ ਲੰਮਾ ਸਮਾਂ ਨਹੀਂ ਲਾਉਂਦੇ। ਮਨ ਵਿੱਚ ਖਿਆਲ ਆ ਗਿਆ ਵੀ ਇਹਨਾਂ ਸੋਚਣਾ ਨਹੀਂ, ਕੋਈ ਅਪੀਲ ਦਲੀਲ ਅਦਾਲਤ ਕੋਈ ਨਹੀਂ ਲੱਗਣੀ ਇੱਥੇ, ਨਾ ਇੱਥੇ ਪਹਾੜਾਂ ਵਿੱਚ ਕਿਸੇ ਨੇ ਛਡਾਉਣਾ ਆ ਕੇ। ਫਿਰ ਦੂਜਾ ਤਰੀਕਾ ਵਰਤਿਆ ਪੰਡਤ ਜੀ ਨੇ, ਕਹਿਣ ਲੱਗੇ ਚਲੋ ਫਿਰ ਮੈਂ ਸੋਚ ਕਿਰਿਆ ਕਰਕੇ, ਮੈਂ ਇਸ਼ਨਾਨ ਪਾਣੀ ਕਰਕੇ ਤਿਆਰ ਹੋ ਕੇ ਆਵਾਂ ਨਾ, ਤਾਂ ਬਲੀ ਦਿਆਂਗਾ। ਨਹਾਤਾ ਧੋਤਾ ਬੰਦਾ ਹੋਵੇ ਤਾਂ ਹੀ ਬਲੀ ਚੰਗੀ ਲੱਗਦੀ ਹੈ, ਕਿਤੇ ਅਪਵਿੱਤਰ ਹੋਇਆ ਦੇਵੀ ਨੇ ਪ੍ਰਵਾਨ ਨਹੀਂ ਕਰਨਾ। ਕਈ ਦਿਨਾਂ ਤੋਂ ਮੈਂ ਨਹਾਤਾ ਨਹੀਂ, ਇਸ਼ਨਾਨ ਕਰਕੇ ਆਵਾਂ। ਸਤਿਗੁਰੂ ਸਮਝ ਗਏ, ਕਹਿਣ ਲੱਗੇ ਜਾਓ ਤੁਸੀਂ ਇਸ਼ਨਾਨ ਕਰੋ, ਤੁਹਾਡਾ ਹੀ ਕੰਮ ਹੈ, ਜਾਓ ਇਸ਼ਨਾਨ ਕਰਕੇ ਆਓ। ਉਦਣ ਦਾ ਪੰਡਤ ਇਸ਼ਨਾਨ ਕਰਨ ਗਿਆ, ਅੱਜ ਤੱਕ ਨਹੀਂ ਮੁੜਿਆ, ਕਈ 100 ਸਾਲ ਹੋ ਗਏ, ਅੱਜ ਤੱਕ ਵਾਪਸ ਨਹੀਂ ਆਇਆ। ਹਜ਼ੂਰ ਨੇ ਉੱਥੇ ਜਿੰਨੀ ਸਮੱਗਰੀ ਸੀ, ਜਿੰਨਾ ਘਿਓ ਸੀ, ਕੋਲ ਗੁਰਸਿੱਖਾਂ ਦੇ ਖੜੇ ਹੋ ਕੇ ਅੱਗ ਵਿੱਚ ਸਿੱਟ ਕੇ ਤੇ ਤੇਗ ਜਿਹੜੀ ਮਿਆਨ ਵਿੱਚੋਂ ਕੱਢ ਕੇ ਖੜੀ ਕਰ ਦਿੱਤੀ ਤੇ ਕਿਹਾ ਦੇਵੀ ਪ੍ਰਗਟ ਹੋ ਗਈ ਹੈ, ਆਹ ਹੀ ਦੇਵੀ ਹੈ। ਹੱਥ ਵਿੱਚ ਜਿਹੜੀ ਫੜੀ ਹੋਈ ਇਹ ਸ਼ਕਤੀ ਹੈ। ਔਰ ਉੱਥੇ ਇੱਕ ਗੱਲ ਕਹੀ ਸੀ, ਹੁਣ ਮੈਨੂੰ ਦੇਵੀ ਤੋਂ ਵਰ ਦੀ ਲੋੜ ਨਹੀਂ, ਬਚਨ ਕੀਤਾ ਦੇਹ ਸ਼ਿਵਾ ਬਰ ਮੋਹੇ ਇਹ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੂੰ। ਸ਼ਿਵਾ ਦੇ ਇੱਥੇ ਅਰਥ ਨੇ ਪਰਮਾਤਮਾ, ਮੈਨੂੰ ਇਹ ਵਰ ਦੇ, ਮੈਂ ਸ਼ੁਭ ਕਰਮਾਂ ਤੋਂ ਟਲਾਂ ਕਦੀ ਨਾ ਡਰੂੰ, ਅਰ ਸਿਉ ਜਬ ਜਾਏ ਲਰੂੰ, ਨਿਸ਼ਚੈ ਕਰ ਆਪਣੀ ਜੀਤ ਕਰੂੰ। ਇਹਦੇ ਵਿੱਚ ਜਿਹੜਾ ਸ਼ਬਦ ਹੈ ਨਾ, ਬੰਦੇ ਦੇ ਸਰੀਰ ਵਿੱਚ, ਮਨ ਵਿੱਚ ਇੱਕ ਸਭ ਤੋਂ ਵੱਡੀ ਦੇਵੀ, ਸਭ ਤੋਂ ਵੱਡੀ ਸ਼ਕਤੀ ਹੈ, ਉਹਨੂੰ ਕਹਿੰਦੇ ਨਿਸ਼ਚੈ ਸ਼ਕਤੀ। ਜਿੰਨਾ ਚਿਰ ਨਿਸ਼ਚੈ ਨਹੀਂ ਨਾ, ਤੁਸੀਂ ਵੇਖਿਆ ਹੋਵੇਗਾ 2 ਪਹਿਲਵਾਨ ਘੁਲਦੇ ਨੇ ਤਾਂ ਇੱਕ ਤਾਂ ਉਹਨਾਂ ਦੀ ਸਰੀਰਕ ਸ਼ਕਤੀ ਤੇ ਇੱਕ ਉਹਨਾਂ ਦੀ ਨਿਸ਼ਚੈ ਸ਼ਕਤੀ। ਜੇ ਉਹਨਾਂ ਦਾ ਧਿਆਨ ਵਿੱਚੋਂ ਨਿਕਲ ਗਿਆ ਨਾ ਸਰੀਰ ਦੇ, ਤੁਸੀਂ ਹੋਰ ਕਈ ਖੇਡਾਂ ਵੇਖੋਗੇ ਜਿਵੇਂ ਰੈਸਲਿੰਗ ਹੈ ਜਾਂ ਹੋਰ ਕਈ ਇਸ ਤਰ੍ਹਾਂ ਦੀ ਗੇਮਸ ਹੈ ਜਿਹੜੀਆਂ ਖੇਡਾਂ ਦੇ ਵਿੱਚ ਸਰੀਰਕ ਸ਼ਕਤੀ ਦੀ ਬੜੀ ਲੋੜ ਪੈਂਦੀ, ਪਹਿਲਵਾਨੀ ਹੈ। ਤਾਂ ਪਹਿਲਵਾਨ ਕਦੋਂ ਢਹਿੰਦਾ ਹੈ? ਜਦੋਂ ਉਹਦਾ ਨਿਸ਼ਚਾ ਕਮਜ਼ੋਰ ਪੈ ਜਾਏ, ਧਿਆਨ ਖਿੰਡ ਜਾਏ। ਜੇ ਉਹਦਾ ਇਰਾਦਾ ਕਾਇਮ ਰਵੇ, ਜੇ ਉਹਦਾ ਧਿਆਨ ਇਕਾਗਰ ਰਵੇ, ਅਸਲ ਵਿੱਚ ਬੰਦੇ ਦੇ ਸਰੀਰ ਦੀ ਸ਼ਕਤੀ ਕਿਸੇ ਵੀ ਖੇਡ ਵਿੱਚ, ਕਿਸੇ ਵੀ ਘੋਲ ਵਿੱਚ ਘੱਟ ਕੰਮ ਕਰਦੀ ਏ, ਸਭ ਤੋਂ ਜ਼ਿਆਦਾ ਸ਼ਕਤੀ ਉਹਦੀ ਨਿਸ਼ਚੈ ਸ਼ਕਤੀ ਕੰਮ ਕਰਦੀ ਹੈ। ਇਸ ਕਰਕੇ ਸਤਿਗੁਰੂ ਨੇ ਨਿਸ਼ਚੈ ਦੀ ਦਾਤ ਮੰਗੀ ਏ। ਤੁਸੀਂ ਬਾਣੀ ਵੀ ਪੜ੍ਹਦੇ ਹੋ, ਇਹਦਾ ਇੱਕ ਵਿਗਿਆਨ ਹੈ। ਬਾਣੀ ਨਾਲ ਜੇ ਕੁਝ ਨਾ ਕੁਝ ਕੰਮ ਹੈ ਨਾ ਜੀਵਨ ਦੇ ਅੰਦਰ, ਮੰਨ ਲਓ ਅਸੀਂ ਕਿਸੇ ਕਾਮਨਾ ਦੇ ਅਧੀਨ ਬਾਣੀ ਪੜ੍ਹ ਰਹੇ ਹਾਂ, ਗੁਰੂ ਸਾਹਿਬ ਨੇ ਬਚਨ ਕੀਤੇ ਕਿ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਕੋਟ ਬਿਗਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ। ਤੇ ਜਿੱਥੇ ਇਸ਼ਨਾਨ ਕਰਕੇ ਬਾਣੀ ਪੜ੍ਹਨੀ ਹੈ, ਉੱਥੇ ਤੁਹਾਨੂੰ ਇਹ ਸੰਕਲਪ ਕਰਨਾ ਪਏਗਾ ਵੀ ਬਾਣੀ ਪੜ੍ਹਨ ਦੇ ਨਾਲ ਮੇਰੇ ਰੋਗ ਹਟ ਰਹੇ ਨੇ। ਜਿੰਨਾ ਚਿਰ ਸੰਕਲਪ ਨਹੀਂ ਕਰਦੇ, ਉਹਨਾਂ ਚਿਰ ਉਹ ਬਾਣੀ ਨੇ ਕੰਮ ਨਹੀਂ ਕਰਨਾ। ਨਿਸ਼ਚੈ ਸ਼ਕਤੀ ਹੈ ਹੀ ਨਹੀਂ ਅੰਦਰ। ਜਿਹੜਾ ਕੰਮ ਅਸੀਂ ਕਰ ਰਹੇ ਹਾਂ, ਉਹਦੇ ਨਾਲ ਪਹਿਲਾਂ ਅੰਦਰ ਇਸ ਤਰ੍ਹਾਂ ਦਾ ਵਾਤਾਵਰਨ ਪੈਦਾ ਕਰਨਾ ਪਏਗਾ ਵੀ ਉਹ ਕੰਮ ਹੋ ਹੀ ਰਿਹਾ ਹੈ 100%, ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ।
जे ਉਹਦੇ ਵਿੱਚ ਥੋੜਾ ਜਿਹਾ ਵੀ ਸ਼ੱਕ ਹੋ ਗਿਆ ਵੀ ਚਲੋ ਪੜ੍ਹ ਕੇ ਦੇਖ ਲੈਂਦੇ ਹਾਂ, ਜੇ ਤਾਂ ਹੋ ਗਿਆ ਠੀਕ ਹੈ, ਨਹੀਂ ਤੇ ਮੋੜ ਵਾਲੇ ਜੋਤਸ਼ੀ ਨੂੰ ਦਿਖਾ ਲਾਂਗੇ, ਫਿਰ ਉੱਥੇ ਬਾਣੀ ਨੇ ਕੰਮ ਨਹੀਂ ਕਰਨਾ, ਫਿਰ ਉੱਥੇ ਹੋਏਗਾ ਨਹੀਂ। ਤਾਂ ਸ਼ਕਤੀ ਕਿਹਨੂੰ ਕਿਹਾ ਗੁਰੂ ਸਾਹਿਬ ਨੇ? ਜੀਵਨ ਦੀ ਸਭ ਤੋਂ ਵੱਡੀ ਸ਼ਕਤੀ ਬੰਦੇ ਦੀ ਨਿਸ਼ਚੈ ਸ਼ਕਤੀ ਹੈ, ਜੋ ਫੈਸਲਾ ਕਰਦੀ ਹੈ। ਜੇ ਨਿਸ਼ਚੈ ਸ਼ਕਤੀ ਨਹੀਂ, ਨਾ ਸਰੀਰਕ ਕਲਾ ਆ ਸਕਦੀ ਸ਼ਕਤੀ ਕੰਮ ਕਰ ਸਕਦੀ ਹੈ, ਨਾ ਵਿਦਿਆ ਦੀ ਕੋਈ ਜਿਹੜੀ ਸ਼ਕਤੀ ਕੰਮ ਕਰ ਸਕਦੀ ਹੈ। ਜ਼ਿੰਦਗੀ ਵਿੱਚ, ਸੰਸਾਰ ਵਿੱਚ ਕੋਈ ਵੀ ਕੰਮ ਕਰਨਾ ਹੈ, ਅਰਦਾਸ ਕਰਨੀ ਹੈ, ਤੇ ਪਹਿਲਾਂ ਗੁਰੂ ਦਾ ਆਸਰਾ ਤੇ ਫਿਰ ਆਪਣਾ ਆਸਰਾ। ਆਪਣੇ ਆਸਰੇ ਦਾ ਮਤਲਬ ਕਿ ਤੁਹਾਡਾ ਵਿਸ਼ਵਾਸ ਪਰਪੱਕ ਹੋਣਾ ਚਾਹੀਦਾ ਵੀ ਇਹ ਕੰਮ ਜਿਹੜੀ ਅਰਦਾਸ ਕੀਤੀ ਗੁਰੂ ਨੇ ਕਰਨਾ ਹੀ ਕਰਨਾ ਹੈ। ਇਸ ਲਈ ਪੂਰਾ ਵਿਸ਼ਵਾਸ 100%, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਪ੍ਰਤੀਤ ਵਿਸਾ, ਡੂੰਘਾ ਵਿਸ਼ਵਾਸ, ਤਾਂ ਇਹ ਕੰਮ ਕਰਦੀ। ਇਸ ਲਈ ਹਜ਼ੂਰ ਨੇ ਕਿਹਾ ਨਿਸ਼ਚੈ ਕਰ ਆਪਣੀ ਜੀਤ ਕਰੋ। ਜਿਹੜਾ ਵੀ ਕੰਮ ਤੁਸੀਂ ਕਰਨਾ ਸੰਸਾਰ ਦੇ ਵਿੱਚ ਜਾਂ ਰੱਬ ਦੇ ਘਰ ਵਿੱਚ, ਉਹਦੇ ਵੱਲ ਤੁਰੇ ਹੋ ਤਾਂ ਤੁਹਾਡੇ ਵਿੱਚ 100% ਨਿਸ਼ਚੈ ਸ਼ਕਤੀ ਜਾਗਣੀ ਚਾਹੀਦੀ। ਜੇ ਉਹ ਸੁੱਤੀ ਰਹੀ ਫਿਰ ਸ਼ਬਦ ਦੇ ਵਿਗਿਆਨ ਨੇ ਕੰਮ ਨਹੀਂ ਕਰਨਾ। ਉਹ ਸਿਗਨਲ ਹੈ, ਉਹਦੇ ਤੋਂ ਬਿਨਾਂ ਕੋਈ ਵੀ ਤਾਕਤ ਕੰਮ ਨਹੀਂ ਕਰਦੀ। ਤਾਂ ਸਤਿਗੁਰੂ ਨੇ ਉੱਥੇ ਜਿੰਨੀ ਵੀ ਸੰਗਤ ਸੀ ਉਸ ਪਹਾੜ ਦੇ ਉੱਤੇ, ਉਹਨਾਂ ਨੂੰ ਕਿਹਾ ਨਿਸ਼ਚੈ ਕਰ ਆਪਣੀ ਜੀਤ ਕਰੋ। ਬੰਦੇ ਦੀ ਆਪਣੀ ਸ਼ਕਤੀ, ਤਾਕਤ ਔਰ ਰੱਬ ਦਾ ਭਰੋਸਾ, ਇਹ ਦੋ ਚੀਜ਼ਾਂ ਜਿੱਥੇ ਮਿਕਸ ਹੁੰਦੀਆਂ ਨੇ ਉੱਥੇ ਖਾਲਸੇ ਦੀ ਰੂਪ ਰੇਖਾ ਸ਼ੁਰੂ ਹੁੰਦੀ ਹੈ। ਦੋ ਚੀਜ਼ਾਂ ਇਕੱਠੀਆਂ ਹੋ ਜਾਣ ਤਾਂ ਉਹਨਾਂ ਨੇ ਕਿਹਾ ਨਿਸ਼ਚੈ ਕਰ ਆਪਣੀ ਜੀਤ ਕਰੋ ਔਰ ਸਿੱਖ ਹੋ ਆਪਣੇ ਹੀ ਮਨ ਕੋ, ਇਹ ਲਾਲਚ ਹੋਂ ਗੁਣ ਤਉ ਉਚਰੋ। ਇਹਦੇ ਵਿੱਚ ਕੱਲੀ ਕਪੋਲ ਕਲਪਨਾ ਅੱਖਰਾਂ ਦੀ ਕਹਾਣੀ ਨਹੀਂ, ਹਜ਼ੂਰ ਨੇ ਕਿਹਾ ਉਹਦੇ ਜੀਵਨ ਵਿੱਚ ਵਾਪਰੇਗੀ। ਨਿਸ਼ਚਾ ਉਹਦੇ ਵਿੱਚ ਆਵੇਗਾ ਜਿਹਦੇ ਵਿੱਚ ਰੱਬ ਦੇ ਗੁਣ ਗਾਉਣ ਦਾ ਲਾਲਚ ਪੈਦਾ ਹੋ ਜਾਏ। ਔਰ ਸਿੱਖ ਹੋ ਆਪਣੇ ਹੀ ਮਨ ਕੋ, ਇਹ ਲਾਲਚ ਮੇਰੇ ਵਿੱਚ ਇਹ ਲਾਲਚ ਭਰ ਦੇ, ਮੇਰੇ ਅੰਦਰ ਇਹ ਲੋਭ ਭਰ ਦੇ। ਹੋਂ ਗੁਣ ਤਉ ਉਚਰੋਂ, ਮੈਂ ਤੇਰੇ ਗੁਣਾਂ ਨੂੰ ਗਾਵਾਂ, ਕਿਉਂਕਿ ਗੁਣਾਂ ਨੂੰ ਗਾਉਣ ਦੇ ਨਾਲ ਨਿਸ਼ਚੈ ਸ਼ਕਤੀ ਜਾਗਦੀ ਹੈ, ਇਰਾਦਾ ਸ਼ਕਤੀ ਜਾਗਦੀ ਹੈ। ਉਸ ਨੂੰ ਹਜ਼ੂਰ ਕਲਗੀਧਰ ਪਾਤਸ਼ਾਹ ਅੱਜ ਦੇ ਬਚਨਾਂ ਵਿੱਚ ਕਹਿੰਦੇ ਸਦਾ ਸਿੱਧ ਦਾ, ਬੁੱਧ ਦਾ, ਬ੍ਰਿਧ ਕਰਤਾ। ਜਾਪ ਸਾਹਿਬ ਦੀ ਬਾਣੀ ਬਹੁਤ ਹੀ ਬ੍ਰਿਜ ਭਾਸ਼ਾ ਵਿੱਚ ਹੈ ਔਰ ਇਹਦੇ ਲਫ਼ਜ਼ ਥੋੜ੍ਹੇ ਜਿਹੇ ਮਹਿੰਗੇ ਨੇ, ਸਮਝਣੇ ਔਖੇ ਲੱਗਦੇ। ਹਜ਼ੂਰ ਕਹਿੰਦੇ ਸਦਾ ਸਿੱਧ ਦਾ, ਸਿੱਧੀ ਕਹਿੰਦੇ ਨੇ ਕਾਮਯਾਬੀ ਨੂੰ। ਜਿਵੇਂ ਕਿਸੇ ਕੰਮ ਵਿੱਚ ਤੁਰੇ ਉਹਦੇ ਵਿੱਚ ਕਾਮਯਾਬੀ ਮਿਲਣੀ ਨਾ ਮਿਲਣੀ। ਇਹ ਬਾਣੀਆਂ ਨਿਤਨੇਮ ਵਿੱਚ ਤਾਂ ਦਿੱਤੀਆਂ ਨੇ ਕਿਉਂਕਿ ਇਹ ਸੰਸਾਰਕ ਕੰਮਾਂ ਦੇ ਵਿੱਚ ਵੀ ਸਹਾਇਕ ਨੇ। ਜਾਪ ਸਾਹਿਬ ਦੀ ਬਾਣੀ ਵਿੱਚ ਜਦੋਂ ਇਹ ਚੀਜ਼ਾਂ ਆਉਣਗੀਆਂ ਨਾ ਕਿ ਸਦਾ ਸਿੱਧ ਦਾ, ਤੂੰ ਕਾਮਯਾਬੀਆਂ ਦੇਣ ਵਾਲਾ ਹੈ, ਤੂੰ ਕਾਰਜ ਰਾਸ ਕਰਨ ਵਾਲਾ ਹੈ, ਤੂੰ ਸੰਸਾਰਕ ਤੌਰ 'ਤੇ ਵੀ ਸਹਾਇਤਾ ਕਰਨ ਵਾਲਾ ਹੈ, ਤਾਂ ਉਹਦੇ ਅਰਥ ਹੋਣਗੇ ਸਦਾ ਸਿੱਧ ਦਾ, ਬੁੱਧ ਦਾ। ਤੂੰ ਕਮਜ਼ੋਰ ਬੁੱਧੀਆਂ ਦੇ ਵਿੱਚ ਦੀਪਕ ਜਗਾਉਣ ਵਾਲਾ ਹੈ, ਜਿਹੜੀ ਬੁੱਧੀ ਵਿੱਚ ਕੁਝ ਨਹੀਂ, ਜਿਹਨੂੰ ਕੁਝ ਨਹੀਂ ਆਉਂਦਾ, ਜਿਸ ਬੁੱਧੀ ਦੇ ਵਿੱਚ ਬਿਲਕੁਲ ਕੁਝ ਵੀ ਨਹੀਂ। ਤੁਸੀਂ ਸੁਣਿਆ ਹੋਵੇਗਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੇ ਇੱਕ ਬਿਲਕੁਲ ਅੰਨੇ ਤੇ ਬੋਲੇ ਵਿਅਕਤੀ ਦੇ ਸਿਰ ਦੇ ਉੱਤੇ ਹੱਥ ਰੱਖਿਆ, ਸੋਟੀ ਰੱਖੀ। ਹੈ ਤਾਂ ਬਿਲਕੁਲ ਵਿਚਾਰਾ ਗਵਾਰ ਸੀ, ਛੱਜੂ ਝੀਵਰ ਇਸ ਦਾ ਨਾਂ ਹੈ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਗਏ ਤਾਂ ਰਾਹ ਵਿੱਚ ਪੰਜੋਖਰਾ ਸਾਹਿਬ ਰੁਕੇ। ਉੱਥੋਂ ਦਾ ਇੱਕ ਪੰਡਤ ਸੀ, ਬੜਾ ਹੰਕਾਰੀ ਔਰ ਬੜਾ ਵਿਦਿਆਮਾਨ, ਪੜ੍ਹਿਆ ਹੋਇਆ। ਹਜ਼ੂਰ ਦੇ ਚਰਨਾਂ ਵਿੱਚ ਚਲਾ ਗਿਆ, ਪੁੱਛਿਆ ਉਮਰ ਕਿੰਨੀ ਛੋਟੀ ਹੈ, ਸਰੀਰ ਕਿਉਂਕਿ 6-7 ਸਾਲ 8 ਸਾਲ ਦੀ ਉਮਰ, ਸੰਸਾਰਕ ਤੌਰ 'ਤੇ ਵਿੱਦਿਆ ਹਾਸਲ ਕਰਨੀ ਮੁਮਕਿਨ ਨਹੀਂ ਸੀ ਇੰਨੀ ਉਮਰ ਵਿੱਚ। ਆ ਕੇ ਕਿਹਾ ਤੁਸੀਂ ਹਰਕ੍ਰਿਸ਼ਨ ਸਾਹਿਬ ਨਾਮ ਰੱਖਿਆ, ਪਰ ਕ੍ਰਿਸ਼ਨ ਜੀ ਨੇ ਗੀਤਾ ਉਚਾਰੀ, ਉਹਦੇ ਅਰਥ ਤੁਹਾਨੂੰ ਆਉਂਦੇ? ਸਵਾਲ ਕੀਤਾ।
ਜਿਹੜਾ ਸੰਸਾਰ ਦਾ ਗਿਆਨ ਹੈ, ਜਿਹੜਾ ਅੱਖਰਾਂ ਦਾ ਗਿਆਨ ਹੈ, ਇਹ ਦਾਤ ਬੜੀ ਵੱਡੀ ਏ, ਪਰ ਜਿੱਡੀ ਵੱਡੀ ਦਾਤ ਓਨਾ ਹੀ ਵੱਡਾ ਸੰਗਲ ਹੈ, ਬੰਦੇ ਦੇ ਗਲ ਵਿੱਚ ਪੈ ਸਕਦਾ, ਹੰਕਾਰੀ ਹੋ ਸਕਦਾ। ਕਹਿਣ ਲੱਗਾ ਤੁਹਾਨੂੰ ਗੀਤਾ ਦੇ ਅਰਥ ਆਉਂਦੇ? ਹਜ਼ੂਰ ਨੇ ਕਿਹਾ ਜੇ ਮੈਂ ਅਰਥ ਕੀਤੇ ਫਿਰ ਵੀ ਤੈਨੂੰ ਸ਼ੰਕਾ ਰਹਿ ਜਾਣਾ, ਜਾ ਕੋਈ ਆਦਮੀ ਲੈ ਕੇ ਆ ਇਸ ਨਗਰ ਵਿੱਚੋਂ, ਸ਼ਹਿਰ ਵਿੱਚੋਂ, ਉਹਦੇ ਤੋਂ ਅਰਥ ਇਹ ਤੇਰੇ ਕਰਾਵਾਂਗੇ। ਪੰਡਤ ਜੀ ਚਲੇ ਗਏ। ਉਹਨਾਂ ਨੇ ਯਤਨ ਕੀਤਾ, ਸਾਰੇ ਨਗਰ ਦੇ ਵਿੱਚ ਘੁੰਮ ਫਿਰ ਕੇ ਉਹਨਾਂ ਨੇ ਇਹ ਯਤਨ ਕੀਤਾ ਕਿ ਕੋਈ ਐਸਾ ਆਦਮੀ ਮਿਲੇ ਜਿਹਨੂੰ ਕੋਈ ਵਿੱਦਿਆ ਨਹੀਂ ਆਉਂਦੀ, ਕੋਈ ਭਾਸ਼ਾ ਨਹੀਂ ਜਿਹਨੂੰ ਆਉਂਦੀ। ਤਾਂ ਘੁੰਮਦਿਆਂ ਫਿਰਦਿਆਂ ਉਸ ਵੇਲੇ ਛੱਜੂ ਝੀਵਰ ਜਿਹਦਾ ਨਾਮ ਲਿਖਿਆ ਗਿਆ, ਸਾਰੇ ਨਗਰ ਦੇ ਵਿੱਚੋਂ ਇੱਕ ਵਿਅਕਤੀ ਮਿਲਿਆ ਔਰ ਉਹਨੂੰ ਛੱਜੂ ਝੀਵਰ ਚੰਗੀ ਤਰ੍ਹਾਂ ਜਾਣਦਾ ਸੀ। ਨਾ ਇਹਦੇ ਕੰਨ ਕੰਮ ਕਰਦੇ ਨੇ, ਨਾ ਇਹਦੀ ਜ਼ੁਬਾਨ ਕੰਮ ਕਰਦੀ ਹੈ, ਮੂੰਹ ਤੋਂ ਬੋਲ ਨਹੀਂ ਸਕਦਾ, ਕੰਨਾਂ ਤੋਂ ਇਹ ਸੁਣ ਨਹੀਂ ਸਕਦਾ। ਉਹਨੂੰ ਫੜ ਲਿਆ ਛੱਜੂ ਝੀਵਰ ਨੂੰ, ਪਾਣੀ ਢੋਂਦਾ ਸੀ ਲੋਕਾਂ ਦਾ ਸਾਰੀ ਉਮਰ ਤੋਂ। ਇਹ ਦੋਵੇਂ ਸ਼ਕਤੀਆਂ ਉਹਦੀਆਂ ਖਤਮ ਹੋ ਚੁੱਕੀਆਂ ਸਨ। ਬਾਂਹ ਤੋਂ ਫੜ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਖੜਾ ਲਿਆ ਕਰ ਦਿੱਤਾ। ਕਹਿਣ ਲੱਗੇ ਇਹਦੇ ਕੋਲੋਂ ਅਰਥ ਕਰਾਓ। ਸਤਿਗੁਰੂ ਥੋੜ੍ਹੇ ਜਿਹਾ ਪੰਡਤ ਜੀ ਦੀ ਚਲਾਕੀ ਤੇ ਹੱਸ ਪਏ, ਥੋੜ੍ਹੇ ਜਿਹਾ ਮੁਸਕਾਏ। ਕਹਿਣ ਲੱਗੇ ਪੰਡਤ ਜੀ ਸ਼ਲੋਕ ਪੜ੍ਹੋ। ਸਤਿਗੁਰਾਂ ਨੇ ਸੋਟੀ ਉਸ ਛੱਜੂ ਦੇ ਸੀਸ ਸਿਰ ਦੇ ਉੱਤੇ ਰੱਖੀ, ਜਿਹਨੂੰ ਸੰਸਾਰ ਦੀ ਭਾਸ਼ਾ ਵੀ ਨਹੀਂ ਸੀ ਆਉਂਦੀ, ਕਿਉਂਕਿ ਪੰਡਤ ਨੇ ਚੁਣਿਆ ਤਾਂ ਸੀ ਪਹਿਲਾਂ ਤੇ ਸ਼ਲੋਕ ਪੜ੍ਹਾਂਗਾ, ਇਹ ਤੋਂ ਸੁਣੇ ਨਹੀਂ ਜਾਣਾ, ਕਿਉਂਕਿ ਕੰਨ ਹੀ ਕੰਮ ਨਹੀਂ ਕਰਦੇ। ਜੇ ਇਹਨੇ ਸੁਣ ਵੀ ਲਿਆ ਤੇ ਇਹਦੇ ਕੋਲੋਂ ਅਰਥ ਕਰਨ ਲਈ ਬੋਲੇ ਨਹੀਂ ਜਾਣਾ। ਜਦੋਂ ਉਸ ਪੰਡਤ ਨੇ ਗੀਤਾ ਦਾ ਸ਼ਲੋਕ ਪੜ੍ਹਿਆ, ਛੱਜੂ ਝੀਵਰ ਨੇ ਉਹਦੇ ਅਰਥ ਕਰ ਦਿੱਤੇ। ਗੁਰੂ ਹਰਕ੍ਰਿਸ਼ਨ ਸਾਹਿਬ ਨੇ ਸਿਰ ਤੇ ਸੋਟੀ ਰੱਖੀ, ਅਰਥ ਕਰ ਦਿੱਤੇ। ਹੈਰਾਨ ਹੋ ਗਿਆ, ਗਿਆਨ ਝੜ ਗਿਆ। ਗੁਰੂ ਕਲਾ ਦਿਖਾਉਣਾ ਨਹੀਂ ਚਾਹੁੰਦੇ। ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਇਸ ਤਰ੍ਹਾਂ ਦੀਆਂ ਗੱਲਾਂ ਨਾ ਸੁਣਾਇਆ ਕਰੋ ਜਿਹੜੀਆਂ ਬੁੱਧੀ ਦੀ ਹੱਦ ਵਿੱਚ ਨਹੀਂ ਆਉਂਦੀਆਂ, ਤੇ ਬੁੱਧੀ ਨੂੰ ਤੇ ਤੋੜਨਾ ਹੈ। ਜੇ ਬੁੱਧੀ ਦੀ ਹੱਦ ਵਿੱਚ ਹੀ ਗੱਲਾਂ ਸੁਣਾਈ ਗਏ ਤੇ ਬੁੱਧੀ ਟੁੱਟੇਗੀ ਕਿਵੇਂ? ਸਾਡੀ ਹੰਕਾਰ ਕਿਵੇਂ ਟੁੱਟੇਗਾ? ਇਹ ਬੜਾ ਇੱਕ ਬਹੁਤ ਵੱਡਾ ਵਿਸ਼ਾ ਹੈ ਕਿ ਬੰਦਾ ਆਉਂਦਾ ਕਹਿੰਦਾ ਆਨੰਦ ਚਾਹੀਦਾ, ਮੰਗਦਾ ਆਨੰਦ ਹੈ, ਤੇ ਕਹਿੰਦਾ ਆਨੰਦ ਵੀ ਆਉਣਾ ਚਾਹੀਦਾ, ਤੇ ਕੰਮ ਮੈਂ ਬੁੱਧੀ ਨਾਲ ਹੀ ਕਰਨਾ, ਸਿਰਫ ਦਿਮਾਗ ਨਾਲ, ਸੋਚ ਸ਼ਕਤੀ ਵਿੱਚ। ਕੱਲ੍ਹ ਹੀ ਮੈਨੂੰ ਇੱਕ ਸੱਜਣ ਨੇ ਕਿਹਾ ਕਿ ਬਾਣੀ ਤਾਂ ਪੜ੍ਹਨੇ, ਅਰਥ ਨਹੀਂ ਆਉਂਦੇ, ਕੋਈ ਫਾਇਦਾ ਨਹੀਂ। ਤੇ ਸਾਡੇ ਗਿਆਨੀ ਜੀ ਨੇ ਰੋਕ ਦਿੱਤਾ ਹੈ, ਕਹਿੰਦੇ ਅਰਥ ਨਹੀਂ ਆਉਂਦੇ, ਬਾਣੀ ਪੜ੍ਹਨੀ ਬੰਦ ਕਰ ਦਿਓ, ਕੀ ਫਾਇਦਾ ਹੈ। ਫਿਰ ਕਹਿੰਦੇ ਆਨੰਦ ਨਹੀਂ ਆਉਂਦਾ, ਇਹ ਰੋਕਿਆ ਗਿਆ। ਬੜਿਆਂ ਨੇ ਕਿਹਾ ਮੈਨੂੰ ਵੀ ਸਾਡੇ ਜਿਹੜੇ ਕਥਾਵਾਚਕ ਨੇ ਉਹਨਾਂ ਨੇ ਕਿਹਾ ਵੀ ਸਮਝ ਨਹੀਂ ਆਉਂਦੀ ਬਾਣੀ, ਨਾ ਪੜ੍ਹੋ, ਛੱਡੋ ਪਰੇ, ਕੀ ਲੋੜ ਹੈ। ਮੈਂ ਕਿਹਾ ਵੀ ਇੱਕ ਦੋ ਗੱਲਾਂ ਮੇਰੀ ਸਮਝ ਵਿੱਚ ਨਹੀਂ ਆਉਂਦੀਆਂ। ਇੱਕ ਪਾਸੇ ਤੁਸੀਂ ਮੰਗਦੇ ਹੋ ਆਨੰਦ, ਆਨੰਦ ਜਿਹੜਾ ਬੁੱਧੀ ਦੇ ਤਲ ਤੇ ਕਦੀ ਆਉਂਦਾ ਹੀ ਨਹੀਂ। ਜਿਹੜਾ ਬੰਦਾ ਸੋਚ ਮੰਡਲ ਵਿੱਚ ਫਸਿਆ ਰਵੇ ਨਾ, ਉੱਥੇ ਆਨੰਦ ਦੀ ਸੰਭਾਵਨਾ ਨਹੀਂ, ਉਹ ਤੇ ਸਮਝਣਾ ਹੈ। ਜਿੱਥੇ ਤੁਸੀਂ ਚੀਜ਼ਾਂ ਪੜ੍ਹਦੇ ਹੋ, ਸਮਝਦੇ ਹੋ, ਉਹਨਾਂ ਦਾ ਮੁਤਾਲਿਆ ਕੀਤਾ ਜਾਂਦਾ ਹੈ, ਉਹਨਾਂ ਦੇ ਫੈਸਲੇ ਕੀਤੇ ਜਾਂਦੇ, ਉੱਥੇ ਕਹੋ ਵੀ ਆਨੰਦ ਦਾ ਉਲਾਰਾ ਆ ਜਾਏ, ਕਿਵੇਂ ਆਏਗਾ? ਨਹੀਂ ਆ ਸਕਦਾ। ਉੱਥੇ ਆਨੰਦ ਦਾ ਵਿਸ਼ਾ ਹਿਰਦਾ ਹੈ, ਮਨੁੱਖ ਦਾ ਭਾਵ ਦਸ਼ਾ ਹੈ। ਤਾਂ ਬਾਣੀ ਜਿਹੜੀ ਸਿੱਖ ਨੇ ਪੜ੍ਹਨੀ ਹੈ, ਜੇ ਜਪਜੀ ਸਾਹਿਬ ਵਿੱਚੋਂ 2-4 ਤੁਕਾਂ ਵਿੱਚ ਅਰਥ ਭਾਵ ਵਿੱਚ ਚਲਾ ਜਾਏ ਤੇ ਬਹੁਤ ਹੈ। ਬਾਕੀ ਤੇ ਬਾਣੀ ਜਪਣੀ ਹੈ, ਬਾਣੀ ਨੂੰ ਜਪੋ, ਔਰ ਉਸ ਬਾਣੀ ਦੀ ਜਿਹੜੀ ਆਵਾਜ਼ ਆ ਰਹੀ ਹੈ, ਉਹਦੀ ਜਿਹੜੀ ਧੁਨ ਉੱਠ ਰਹੀ ਹੈ, ਉਹਨੂੰ ਪਿਆਰ ਕਰੋ, ਉਹਨੂੰ ਸੁਣੋ। ਹੁਣ ਮੈਂ ਵੀ ਨਹੀਂ ਕਹਾਂਗਾ ਵੀ ਉਹਨੂੰ ਸੁਣੋ, ਉਹਨੂੰ ਪਿਆਰ ਕਰੋ, ਕਿਉਂਕਿ ਜਦੋਂ ਪਿਆਰ ਕਰੋਗੇ ਸੁਣੀ ਆਪੇ ਜਾਏਗੀ, ਉਹ ਬਾਅਦ ਵਾਲੀ ਚੀਜ਼ ਹੈ। ਸਾਰੇ ਜਪਜੀ ਸਾਹਿਬ ਵਿੱਚੋਂ ਇੱਕ ਪੌੜੀ ਦੇ 2-4 ਤੁਕਾਂ ਦੇ ਅਰਥ ਆ ਜਾਣ ਤੇ ਸਮਝ ਲੈਣਾ, ਕੋਈ ਪਾਪ ਨਹੀਂ ਅਰਥ ਸਮਝਣਾ। ਪਰ ਇੱਕ ਗੱਲ ਚੇਤੇ ਰੱਖਣਾ, ਜੇ ਸਮਝ ਕੇ ਬਾਣੀ ਪੜ੍ਹਦੇ ਰਹਿ, ਆਨੰਦ ਦੀ ਇੱਛਾ ਨਾ ਕਰਨਾ।
नहीं आवेगा, क्योंकि जिन्ना चिर समझ चलती है आनंद रुकिया रहिंदा है, आनंद नहीं उत्थे आएगा। जे अर्थ पढ़ने ने ते बाणी जपण तो नितनेम तो वखरे पै के पढ़ने देने टीके दे विचों भी इस तुक दे अर्थ की ने, इहदे की अर्थ बनदे ने, माड़े नहीं। मैं नहीं कह रहा भी अर्थ होने नहीं चाहिए, अर्थ पढ़ लेने पर नितनेम तो वखरे बह के पढ़ना। हुण कई सज्जण कहंदे ने असीं टीके तो पाठ करने जिथे अर्थ नाल लिखे होए ने, ते बाद विच कहंदे आनंद नहीं आउंदा। मैं कह दूंगा दा जोड़ ही कोई नहीं है, जां ते तुसीं विद्या पढ़ो जां आनंद दी मंग करो, एक ही काम है। ਉਹਦਾ टाइम ਵੱਖਰਾ होना चाहिए ਜਿਹਦੇ ਵਿੱਚ ਬਾਣੀ ਦੇ अर्थ ਸਮਝੇ ਜਾਂਦੇ ਨੇ, ਉਹ ਇੱਕ ਵੱਖਰਾ ਵਿਸ਼ਾ ਹੈ। ਜਦੋਂ ਉਹ ਅਰਥ ਪੜ੍ਹ ਲੈ ਜਾਣ, ਜਦੋਂ ਤੁਸੀਂ ਆਪਣੇ ਗੁਰੂ ਨਾਲ ਗਲਵੱਕੜੀ ਪਾਉਣੀ, ਉੱਥੇ ਅਰਥ ਨਾ ਵਿੱਚ ਲੈ ਕੇ ਆ ਜਾਣਾ। ਇੱਥੇ ਮੰਝ ਨਾ ਸਮਾਵਹੀ ਜੇ ਗੱਲ ਪਹਿਰਾਂ ਹਾਰ, ਜਦੋਂ ਮਿਲਾਪ ਹੈ ਉੱਥੇ ਤੇ ਹਾਰ ਵੀ ਨਹੀਂ ਚੱਲਦਾ ਗਲੇ ਦਾ, ਉਹ ਵੀ ਚੁੱਭਦਾ ਹੈ। ਉੱਥੇ ਅਰਥ ਅੜ ਗਿਆ ਵਿੱਚ ਆ ਕੇ, ਉੱਥੇ ਦਿਮਾਗ ਅੜ ਗਿਆ, ਕਿਵੇਂ ਹੋ ਸਕਦਾ। ਇਸ ਕਰਕੇ ਕੁਝ ਚੀਜ਼ਾਂ ਦੇ ਫੈਸਲੇ ਅਸੀਂ ਬਿਨਾਂ ਸੋਚਣ ਸਮਝਣ ਤੋਂ ਬੜੇ ਵੱਡੇ ਸਾਨੂੰ ਗਲਤ ਕਰ ਦਿੱਤੇ ਨੇ। ਬੜੇ ਲੋਕ ਬਾਣੀ ਪੜ੍ਹਨ ਤੋਂ ਹਟ ਗਏ, ਕਹਿੰਦੇ ਉਹਨਾਂ ਨੇ ਰੋਕ ਦਿੱਤਾ, ਸਮਝ ਨਹੀਂ ਆਉਂਦੀ, ਪੜ੍ਹੋ ਹੀ ਨਾ। ਬਾਣੀ ਜਿੱਥੇ ਗਿਆਨ ਹੈ ਉੱਥੇ ਗੁਰੂ ਵੀ ਹੈ, ਖਿਆਲ ਰੱਖਣਾ। ਗੁਰੂ ਕੱਲਾ ਸਮਝਾਉਣ ਵਾਸਤੇ ਨਹੀਂ ਹੁੰਦਾ, ਗੁਰੂ ਨੂੰ ਪਿਆਰ ਵੀ ਕੀਤਾ ਜਾਂਦਾ ਹੈ, ਗੁਰੂ ਨਾਲ ਸਾਂਝ ਵੀ ਪਾਈ ਜਾਂਦੀ ਹੈ, ਉਹਦੇ ਨਾਲ ਸੰਬੰਧਿਤ ਹੋਇਆ ਜਾਂਦਾ ਹੈ। ਇਸ ਕਰਕੇ ਬਾਣੀ ਜਪਣ ਦੇ ਅਰਥ ਬਾਣੀ ਸਮਝਣਾ ਨਹੀਂ ਹੁੰਦਾ ਬਿਲਕੁਲ। ਉਹਦੇ ਲਈ ਵੱਖਰਾ ਸਮਾਂ ਰੱਖੋ, ਟੀਕਾ ਪੜ੍ਹੋ, ਹੋਰ ਕੁਝ ਕਰੋ। ਹਾਂ, ਜੇ ਉਹ ਸਮਝਦਿਆਂ ਅਰਥ ਪੜ੍ਹਦਿਆਂ ਬੁੱਧੀ ਅੰਦਰੋਂ ਜਵਾਬ ਦੇ ਜਾਏ ਵੀ ਤੂੰ ਕਿੰਨਾ ਮਹਾਨ ਹੈ, ਤੂੰ ਕਿੰਨਾ ਵੱਡਾ ਹੈ, ਤੇ ਬੁੱਧੀ ਨੂੰ ਵੀ ਛੱਡ ਦੇਣਾ ਤੇ ਅਰਥਾਂ ਨੂੰ ਵੀ ਛੱਡ ਕੇ ਉਹ ਜਿਹੜਾ ਪਿਆਰ ਬਣਿਆ ਉਹਦੇ ਨਾਲ ਸਾਂਝ ਪਾ ਲੈਣਾ, ਫਿਰ ਗੱਲ ਸ਼ੁਰੂ ਹੋ ਜਾਏਗੀ। ਇਸ ਕਰਕੇ ਅਸੀਂ ਬਹੁਤ ਜਕੜੇ ਗਏ ਹਾਂ, ਬਹੁਤ ਫਸ ਗਏ ਹਾਂ ਤਰਕਾਂ ਵਿਤਰਕਾਂ ਵਿੱਚ, ਗਿਆਨਾਂ ਵਿਗਿਆਨਾਂ ਵਿੱਚ। ਇਹਦੇ ਅਰਥ ਇਹ ਕਿਉਂ ਹੋ ਗਏ? ਮਨ ਸਮਝਾਵਣ ਕਾਰਨ ਹੈ ਕਛੁਅਕ ਪੜ੍ਹੀਐ ਗਿਆਨ। ਜਿਹੜਾ ਪੜ੍ਹਨ ਵਾਲਾ ਗਿਆਨ ਹੈ ਉਹ ਕਛੁਅਕ ਥੋੜ੍ਹਾ ਜਿਹਾ ਹੋਣਾ ਚਾਹੀਦਾ। ਜਿਵੇਂ ਸਬਜ਼ੀ ਵਿੱਚ ਪਾਇਆ ਹੋਇਆ ਨਮਕ ਲੂਣ ਹੈ, ਜੇ ਜ਼ਿਆਦਾ ਪਾ ਦਿੱਤਾ ਬੇਕਾਰ ਹੋ ਜਾਏਗੀ। ਬਹੁਤਾ ਗਿਆਨ ਨਹੀਂ ਚਾਹੀਦਾ ਉੱਥੇ। ਔਰ ਫਿਰ ਉਹ ਗਿਆਨ ਇੰਨਾ ਤੰਗ ਕਰਦਾ ਹੈ, ਇੱਕ ਵਾਰੀ ਸਬਜ਼ੀ ਵਿੱਚ ਲੂਣ ਪੈ ਜਾਏ ਨਾ ਬਹੁਤਾ, ਅਸੀਂ ਇੱਕ ਤਰੀਕਾ ਵਰਤਨੇ ਹਾਂ ਵੀ ਸਬਜ਼ੀ ਵਿੱਚ ਨਮਕ ਬਹੁਤਾ ਪੈ ਗਿਆ, ਹੁਣ ਇਹਦੇ ਵਿੱਚ ਕਹਿੰਦੇ ਥੋੜ੍ਹੀ ਜਿਹੀ ਫਿੱਕੀ ਸਬਜ਼ੀ ਪਾ ਦਿਓ ਹੋਰ। ਬੰਦੇ ਨੂੰ ਲੱਗਦਾ ਵੀ ਨਮਕ ਘਟ ਗਿਆ, ਘਟਿਆ ਨਹੀਂ ਹੁੰਦਾ। ਉਹ ਸਬਜ਼ੀ ਵਿੱਚ ਜਿੰਨੀ ਡੋਜ਼ ਗਈ ਉਹ ਤਾਂ ਉੱਥੇ ਪਈ ਹੋਈ ਹੈ, ਲੱਗਦਾ ਫਿੱਕਾ ਸਿਰਫ, ਉਹ ਘਟਿਆ ਨਹੀਂ ਹੈ। ਉਹ ਤਾਂ ਤੁਹਾਨੂੰ ਖਾਣਾ ਹੀ ਪਏਗਾ, ਜਾਂ ਤਾਂ ਉਹਨੂੰ ਸਬਜ਼ੀ ਨੂੰ ਕੱਢ ਦਿਓ ਵਿੱਚੋਂ। ਜਿਵੇਂ ਕਿਸੇ ਚਾਹ ਦੇ ਵਿੱਚ ਤੁਸੀਂ ਕਹੋ ਵੀ ਮਿੱਠਾ ਜ਼ਿਆਦਾ ਪੈ ਗਿਆ, ਹੁਣ ਅੱਧੀ ਗਲਾਸੀ ਪਾਣੀ ਦੀ ਪਾ ਦਿਓ, ਬੰਦਾ ਬੜਾ ਖੁਸ਼ ਹੁੰਦਾ ਜੀ ਹੁਣ ਠੀਕ ਹੋ ਗਈ, ਫਿੱਕੀ ਹੋ ਗਈ। ਫਿੱਕੀ ਨਹੀਂ ਹੋਈ, ਉਹ ਜਿੰਨਾ ਮਿੱਠਾ ਹੈ ਸੀ ਉਹ ਤੇ ਵਿੱਚ ਹੀ ਉਹ ਨਿਕਲਿਆ ਥੋੜ੍ਹੀ ਹੈ। ਓਨੀ ਡੋਜ਼ ਵੱਧ ਗਈ ਚਾਹ ਦੀ, ਤੇ ਮਿੱਠਾ ਤਾਂ ਉਹ ਸਾਰਾ ਵਿੱਚ ਹੈ। ਬੰਦੇ ਦਾ ਤਰੀਕਾ ਹੈ ਪਾਪ ਛੱਡਣ ਦਾ। ਉਹ ਕਹਿੰਦਾ ਮੈਂ ਝੂਠ ਛੱਡ ਦਿੱਤਾ ਹੈ। ਝੂਠ ਛੱਡਿਆ ਨਹੀਂ, ਲੰਮਾ ਕਰ ਦਿੱਤਾ, ਵੱਡਾ ਕਰ ਦਿੱਤਾ ਹੈ। ਝੂਠ ਉਹਨਾਂ ਚਿਰ ਨਹੀਂ ਸੱਚ ਛੁੱਟਦਾ ਜਿੰਨਾ ਚਿਰ ਆਦ ਸੱਚ ਨਾਲ ਸਾਂਝ ਨਾ ਪਵੇ, ਜੋ ਸਦਾ ਕਾਇਮ ਰਹਿਣ ਵਾਲਾ ਹੈ। ਸੱਚ ਦੇ ਅਰਥ ਸੱਚ ਬੋਲਣਾ ਨਹੀਂ ਇਕੱਲਾ, ਸੱਚ ਦੇ ਅਰਥ ਕਾਇਮ ਰਹਿਣ ਵਾਲੀ ਨਾਮ ਦੀ ਅਵਸਥਾ ਹੈ। ਇਸ ਕਰਕੇ ਬਾਣੀ ਪੜ੍ਹਨ ਦਾ ਵਿਸ਼ਾ ਇਕੱਲੀ ਬੁੱਧੀ ਨਾਲ ਇਹਦਾ ਰਿਲੇਟਡ ਹੋਣਾ ਸੰਪੂਰਨਤਾ ਨਹੀਂ। ਥੋੜ੍ਹਾ ਚਿਰ ਹੈ ਤਾਂ ਬੁੱਧੀ ਦੇਣ ਵਾਲਾ ਹੈ, ਪ੍ਰਕਾਸ਼ ਕਰਨ ਵਾਲਾ ਹੈ। ਹਜ਼ੂਰ ਕਲਗੀਧਰ ਪਾਤਸ਼ਾਹ ਕਹਿੰਦੇ ਸਦਾ ਸਿੱਧ ਦਾ ਬੁੱਧ ਦਾ ਬੁੱਧੀ ਦੇਣ ਵਾਲਾ ਹੈ। ਉਸ ਪੰਡਤ ਨੇ ਜਦੋਂ ਛੱਜੂ ਝੀਵਰ ਤੋਂ ਅਰਥ ਸੁਣੇ ਹੈਰਾਨ ਹੋ ਗਿਆ, ਗਲ ਤੋਂ ਜਨੇਊ ਲਾ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪੈਰਾਂ 'ਤੇ ਰੱਖ ਦਿੱਤਾ। ਇਹ ਤਰੀਕਾ ਸੀ ਗੁਰੂ ਦਾ। ਸਤਿਗੁਰੂ ਨੇ ਕਿਹਾ ਕਿਉਂ? ਇਤਿਹਾਸ ਵਿੱਚ ਲਿਖਿਆ ਹੋਇਆ, ਬੜਾ ਪੁਰਾਣਾ ਪੰਡਤ ਸੀ। ਕਹਿਣ ਲੱਗਾ ਮੈਨੂੰ ਸਿੱਖੀ ਬਖਸ਼ਿਸ਼ ਕਰ ਦਿਓ, ਮੈਂ ਤੁਹਾਡਾ ਸਿੱਖ ਹੋਣਾ ਚਾਹੁੰਦਾ। ਗੁਰੂ ਹਰਕ੍ਰਿਸ਼ਨ ਸਾਹਿਬ ਨੇ ਫਿਰ ਕਿਹਾ, ਕਹਿਣ ਲੱਗੇ ਨਹੀਂ, ਤੂੰ ਆਪਣਾ ਜਨੇਊ ਪਾ ਲੈ।
ਤੂੰ ਪੰਡਤ ਬਣ ਕੇ ਰਹੋ, ਮੈਂ ਤੈਨੂੰ ਨਹੀਂ ਕਹਿੰਦਾ ਤੂੰ ਪੰਡਤਤਾ ਹੀ ਛੱਡ ਦੇ। ਅਸੀਂ ਕਈ ਵਾਰੀ ਕਹਿੰਦੇ ਹਾਂ ਸਿੱਖੀ ਦੇ ਬਾਹਰਲੀਆਂ ਗੱਲਾਂ 'ਤੇ ਜ਼ੋਰ ਦਿਓ ਜੀ। ਇੱਕ ਸੱਜਣ ਮੈਨੂੰ ਮਿਲੇ, ਜੰਮੂ ਵਿੱਚੋਂ ਆਏ ਸਨ ਥੋੜ੍ਹੇ ਦਿਨ, ਕਹਿਣ ਲੱਗੇ ਤੁਸੀਂ ਬਹੁਤ ਹੀ ਗੁਰਬਾਣੀ ਦੀ ਵਿਆਖਿਆ ਕਰਦੇ ਹੋ, ਤੁਸੀਂ ਖਾਲਸੇ ਦੀ ਬਾਹਰਲੀ ਵਿਆਖਿਆ ਨਹੀਂ ਕਰਦੇ। ਤੇ ਮੈਂ ਕਿਹਾ ਬਹੁਤਿਆਂ ਨੇ ਕਰ ਲਈ, ਇਹ ਕੀ ਮਿਲਿਆ? ਗੁਰਬਾਣੀ ਦਾ ਸੱਚ ਤੁਸੀਂ ਲੋਕਾਂ ਦੇ ਸਾਹਮਣੇ ਰੱਖੋ, ਆਪਣੇ ਆਪ ਮਜਬੂਰ ਹੋ ਜਾਣਗੇ। ਬੰਦ ਕਰਾ ਦੇ ਯਾਰ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਗੁਰਦੁਆਰੇ ਆਉਣ ਵਾਸਤੇ ਘੱਟੋ ਘੱਟ ਪਹਿਲਾਂ ਜਾਚ ਸਿੱਖਣੀ ਚਾਹੀਦੀ ਹੈ। ਸਾਰੀ ਸੰਗਤ ਦਾ ਧਿਆਨ ਟੁੱਟ ਜਾਏ ਤਾਂ ਇੰਨੇ ਵੀ ਅਸੀਂ ਸੁਚੇਤ ਨਾ ਹੋਈਏ, ਇਹ ਠੀਕ ਨਹੀਂ। ਤਾਂ ਉਹਨਾਂ ਨੇ ਕਿਹਾ, ਕਹਿਣ ਲੱਗੇ ਸਿੱਖ ਬਣਾਓ, ਸਿੱਖੀ ਪਤਿਤ ਹੋ ਗਈ ਹੈ। ਮੈਂ ਪੁੱਛਿਆ ਕਿਵੇਂ ਬਣੇਗੀ, ਕਿਹੜਾ ਤਰੀਕਾ ਹੈ, ਕੀ ਢੰਗ ਹੈ? ਕਹਿਣ ਲੱਗੇ ਅੰਮ੍ਰਿਤ ਛਕਾਓ। ਮੈਂ ਕਿਹਾ ਸਿੱਧਾ ਅੰਮ੍ਰਿਤ ਛਕਾਓ, ਖਾਲਸੇ ਦਾ ਰੂਪ ਤੇ ਵੇਖੋ ਗੁਰੂ ਗੋਬਿੰਦ ਸਿੰਘ ਨੇ ਕੀ ਦਿੱਤਾ। ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇਵ, ਜਿਹੜਾ ਸ਼ਬਦ ਨਾਲ ਜੁੜਿਆ ਹੋਇਆ, ਨਾਮ ਨਾਲ ਜੁੜਿਆ, ਖਾਲਸਾ ਉਹੀ ਹੈ। ਤਾਂ ਜਿੱਦਣ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ 1430 ਅੰਗਾਂ ਦੀ ਵਿਆਖਿਆ ਸੰਸਾਰ ਦੇ ਸਾਹਮਣੇ ਠੀਕ ਢੰਗ ਨਾਲ ਕਰ ਦਿੱਤੀ, ਤੁਸੀਂ ਸਿੱਖਾਂ ਦੀ ਗੱਲ ਕਰਦੇ ਹੋ, ਦੂਜੇ ਧਰਮ ਦੇ ਲੋਕ ਮਜਬੂਰ ਹੋ ਜਾਣਗੇ ਇਸ ਧਰਮ ਨੂੰ ਮੰਨਣ ਵਾਸਤੇ, ਪਰ ਸਾਡੇ ਤੋਂ ਹੋਇਆ ਹੀ ਕੁਝ ਨਹੀਂ ਹੈ। ਅਸੀਂ ਇਸ ਧਰਮ ਨੂੰ ਡੱਬੀ ਬੰਦ ਕਰ ਦਿੱਤਾ, ਆਪਣੇ ਦਾਇਰੇ ਵਿੱਚ ਰੱਖ ਦਿੱਤਾ। ਪੰਡਤ ਨੂੰ ਕਿਹਾ ਨਹੀਂ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਵੀ ਤੂੰ ਇਹ ਜਨੇਊ ਲਾ ਕੇ ਸਾਡੇ ਗਲੇ ਵਿੱਚ ਇਹ ਆਪਣਾ ਧਰਮ ਤਿਆਗ ਦੇ, ਨਹੀਂ, ਕਿਸੇ ਨੂੰ ਨਹੀਂ ਕਿਹਾ। ਜਦੋਂ ਸਤਿਗੁਰਾਂ ਦਾ ਪ੍ਰਤਾਪ ਵੇਖਿਆ, ਉਹਨਾਂ ਦਾ ਪ੍ਰਭਾਵ ਵੇਖਿਆ, ਤੇ ਪ੍ਰਭਾਵ ਤੋਂ ਇੰਨਾ ਪ੍ਰਭਾਵਿਤ ਹੋਇਆ, ਕਵੀ ਸੰਤੋਖ ਸਿੰਘ ਜੀ ਕਹਿੰਦੇ ਜਨੇਊ ਲਾ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਾਹਮਣੇ ਰੱਖ ਦਿੱਤਾ। ਹਜ਼ੂਰ ਨੇ ਕਿਹਾ ਨਹੀਂ, ਅਸੀਂ ਕਿਸੇ ਦਾ ਧਰਮ ਤਬਦੀਲ ਨਹੀਂ ਕਰਨਾ ਚਾਹੁੰਦੇ, ਅਸੀਂ ਬੰਦੇ ਨੂੰ ਸਿਰਫ ਧਰਮੀ ਬਣਾਉਣਾ ਚਾਹੁੰਦੇ ਹਾਂ, ਤੂੰ ਆਪਣੇ ਤਰੀਕੇ ਨਾਲ। ਪਰ ਫਿਰ ਵੀ ਉਹ ਪ੍ਰਭਾਵੀ ਹੋਇਆ। ਉਹਨੇ ਹੈਰਾਨ ਹੋ ਕੇ ਇੱਕ ਸਵਾਲ ਕੀਤਾ ਸੀ, ਮੈਂ ਹੈਰਾਨ ਹਾਂ, ਇਹ ਛੱਜੂ ਬੋਲ ਨਹੀਂ ਸੀ ਸਕਦਾ, ਜ਼ੁਬਾਨ ਇਹਦੀ ਵਲ ਖਾਂਦੀ, ਸੁਣ ਨਹੀਂ ਸਕਦਾ, ਇੰਨਾ ਮਹਿੰਗਾ ਇਹ ਗੀਤਾ ਦੇ ਅਰਥ ਕਰ ਗਿਆ, ਔਰ ਅਰਥ ਵੀ ਉਹ ਨਹੀਂ ਜਿਹੜੇ ਆਮ ਕੀਤੇ ਗਏ ਨੇ, ਜਿਨ੍ਹਾਂ ਨੇ ਮੈਨੂੰ ਵੀ ਪ੍ਰਭਾਵਿਤ ਕਰ ਦਿੱਤਾ ਹੈ। ਕੀ ਕਾਰਨ ਵਾਪਰਿਆ? ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇੱਕ ਬਚਨ ਕੀਤਾ ਸੀ, ਕਹਿਣ ਲੱਗੇ ਪੰਡਤ ਜੀ ਸੰਸਾਰ ਨੂੰ ਭੁਲੇਖਾ ਪੈ ਗਿਆ ਕਿ ਧਰਮ ਦੀ ਵਿਆਖਿਆ ਬਹੁਤਿਆਂ ਪੜ੍ਹਿਆਂ ਤੋਂ ਹੁੰਦੀ ਹੈ, ਨਹੀਂ। ਗੁਰੂ ਨਾਨਕ ਦੇ ਘਰ ਦੀ ਵਿਆਖਿਆ ਹੁੰਦੀ ਉਹਨਾਂ ਦਾ ਜਿਨ੍ਹਾਂ ਦੇ ਸੰਸਾਰਿਕ ਤੌਰ 'ਤੇ ਕੰਨ ਤੇ ਸੰਸਾਰੀ ਜ਼ੁਬਾਨ ਨਹੀਂ ਹੁੰਦੀ। ਇਹ ਵਿਆਖਿਆ ਹੁੰਦੀ ਉਹਨਾਂ ਤੋਂ ਜਿਨ੍ਹਾਂ ਦੀ ਜ਼ੁਬਾਨ ਸੰਸਾਰੀ ਨਹੀਂ ਰਹਿੰਦੀ, ਸੰਸਾਰ ਵੱਲੋਂ ਚੁੱਪ ਹੋ ਗਏ, ਜਿਹੜੇ ਆਪਣੇ ਕੰਨਾਂ ਨਾਲ ਵਡਿਆਈ ਦਾ ਰਸ ਪੀਣ ਤੋਂ ਉੱਚੇ ਉੱਠ ਗਏ। ਇਹ ਵਿਆਖਿਆ ਉਹਨਾਂ ਦਾ ਵਿਸ਼ਾ ਹੈ। ਇਸ ਕਰਕੇ ਜਿੰਨੇ ਪੜ੍ਹੇ ਹੋਏ ਲੋਕ ਬਹੁਤੇ ਧਰਮ ਦੀ ਵਿਆਖਿਆ ਕਰਨਗੇ, ਉਨੀਆਂ ਉਲਝਣਾਂ ਧਰਮ ਵਿੱਚ ਵੱਧਦੀਆਂ ਜਾਣਗੀਆਂ, ਕਿਉਂਕਿ ਵਿਸ਼ਾ ਇਹ ਹੈ ਹੀ ਨਹੀਂ, ਇਹ ਤਰੀਕਾ ਹੀ ਨਹੀਂ ਹੈ। ਤਾਂ ਗੁਰੂ ਕਲਗੀਧਰ ਪਾਤਸ਼ਾਹ ਬੜੇ ਪਿਆਰੇ ਬਚਨ ਕਹਿੰਦੇ ਸਦਾ ਸਿੱਧ ਦਾ ਬੁੱਧ ਦਾ, ਤੂੰ ਬੁੱਧੀ ਦਾ ਪ੍ਰਕਾਸ਼ ਕਰਨ ਵਾਲਾ, ਬ੍ਰਿਧ ਕਰਤਾ, ਮਨੁੱਖੀ ਜੀਵਨ ਦੀ ਹਰ ਇੱਕ ਸ਼ਕਤੀ ਨੂੰ ਬ੍ਰਿਧ ਕਰਤਾ, ਵਧਾਉਣ ਵਾਲਾ ਹੈ, ਵੱਡੀ ਕਰਨ ਵਾਲਾ ਹੈ। ਕਹਿੰਦੇ ਅਦੋ ਉਰਦ ਅਰਦੰ, ਸਾਰਿਆਂ ਥਾਵਾਂ 'ਤੇ ਤੂੰ ਮੌਜੂਦ ਹੈ। ਔਰ ਅਦੋ ਦਾ ਅਰਥ ਹੈ ਨੀਵਿਆਂ ਵਿੱਚ ਵੀ ਤੇਰਾ ਨਿਵਾਸ ਹੈ, ਜਿਹੜੇ ਨਿਵਾਣ 'ਤੇ ਵਸਦੇ ਨੇ। ਉਰਦ ਜਿਹੜੇ ਉੱਚੇ ਲੋਕ ਨੇ ਉਹਨਾਂ ਵਿੱਚ ਵੀ ਤੇਰਾ ਨਿਵਾਸ ਹੈ। ਅਰਧ ਤੇ ਜਿਹੜੇ ਨਾ ਉੱਚੇ ਨੇ ਨਾ ਨੀਵੇਂ ਨੇ, ਵਿਚਕਾਰ ਜੀ ਰਹਿੰਦੇ, ਉਹਨਾਂ ਵਿੱਚ ਵੀ ਤੂੰ ਹੀ ਹੈ।
ਕਹਿੰਦੇ ਅਦੋ ਉਰਦ ਅਰਦੰ ਅਗੰ ਓਗ ਹਰਤਾ। ਜਿਹੜੇ ਤੇਰੇ ਚਰਨਾਂ ਦਾ ਸਹਾਰਾ ਲੈਂਦੇ ਨੇ ਉਹਨਾਂ ਦੇ ਅਗੰ, ਉਹਨਾਂ ਦੇ ਜਿਹੜੇ ਸੰਕਟ ਨੇ, ਜਿਹੜੀਆਂ ਵਿਪਤਾਵਾਂ ਹਨ, ਜਿਹੜੇ ਦੁੱਖ ਨੇ, ਉਹਨਾਂ ਨੂੰ ਹਰਤਾ। ਹਰਤਾ ਦਾ ਅਰਥ ਹੈ ਹਰ ਲੈਣ ਵਾਲਾ, ਚੋਰੀ ਕਰਨ ਵਾਲਾ, ਖਤਮ ਕਰ ਦੇਣ ਵਾਲਾ ਹੈ। ਪਰੰ ਪਰਮ ਪਰਮੇਸ਼ਵਰੰ, ਪਰੰਗ ਦਾ ਅਰਥ ਹੈ ਜੀਵਾਂ ਤੋਂ ਪਰੇ, ਜਿਹੜੇ ਇਸ ਜੀਵ ਜਗਤ ਤੋਂ ਪਰੇ ਚਲੇ ਜਾਂਦੇ, ਜਿਨ੍ਹਾਂ ਦਾ ਸਰੀਰ ਛੁੱਟ ਜਾਂਦਾ, ਉਹਨਾਂ ਨੂੰ ਕਹਿੰਦੇ ਪਰੰ, ਪਰੇ ਰਹਿਣ ਵਾਲੇ। ਪਰਮ ਪਰਮੇਸ਼ਵਰੰ, ਔਰ ਵੱਡੇ ਵੱਡੇ ਜਿਹੜੇ ਦੇਵਤੇ ਨੇ, ਪਰੋਸ਼ ਪਾਲੰ, ਉਹਨਾਂ ਦੀ ਪਰੋਸ਼ ਦਾ ਅਰਥ ਹੈ ਗੁਪਤ। ਗੁਪਤ ਦੁਨੀਆ ਦੀ ਪਾਲਣਾ ਵੀ ਤੂੰ ਕਰਨ ਵਾਲਾ ਹੈ, ਜਿਹੜੀ ਪ੍ਰਗਟ ਨਹੀਂ ਹੈ। ਇਹ ਦਿਸਦੀ ਦੁਨੀਆ ਤੋਂ ਪਰੇ ਹੈ, ਜਿਹੜੀ ਗੁਪਤ ਦੁਨੀਆ। ਹੇ ਪਰਮੇਸ਼ਵਰ ਜੀ, ਹੇ ਅਕਾਲ ਪੁਰਖ ਜੀਓ, ਤੁਸੀਂ ਗੁਪਤ ਦੁਨੀਆ ਦੀ ਪਾਲਣਾ ਕਰਨ ਵਾਲੇ। ਕਹਿੰਦੇ ਸਦਾ ਸਰਬਦਾ ਸਿੱਧ ਦਾਤਾ ਦਇਆਲੰ, ਸਾਰਿਆਂ ਦੇ ਵਿੱਚ ਨਿਵਾਸ ਰੱਖਣ ਵਾਲਾ, ਸਾਰਿਆਂ ਨੂੰ ਕਾਮਯਾਬੀ ਦੇਣ ਵਾਲਾ, ਸਾਰਿਆਂ ਨੂੰ ਦਾਤਾਂ ਦੇਣ ਵਾਲਾ, ਔਰ ਸਾਰਿਆਂ 'ਤੇ ਸਦਾ ਹੀ ਦਿਆਲੂ ਰਹਿੰਦਾ ਹੈ। ਐਸਾ ਉਸ ਦਾ ਸਰੂਪ ਕਲਗੀਧਰ ਪਾਤਸ਼ਾਹ ਬਿਆਨ ਕਰਦੇ ਨੇ। ਆਓ 1-2 ਮਿੰਟ ਵਾਸਤੇ ਗੁਰੂ ਸ਼ਬਦ ਨਾਲ ਸਾਂਝ ਪਾਈਏ। ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ।